तेरा। ज्यों बुलाव है त्यों बोले स्वामी, कुदरत कवन हमारी। साध संग नानक जस गायो, जो प्रभ की अत प्यारी। सज्जन सच्चा पातशाह, सिर शाहां दै शाहु। जिस पास बैठिया सोहीऐ, सबना दावे साहु। सतनाम श्री वाहिगुरु साहिब जी। तनासरी भगत रविदास जी की। एक ओंकार सतगुर प्रसाद। हम सार दीन दयाल ना तुम सार। अब पतियार क्या कीजै, बचनी तोर मोर मन मानै। जन को पूरन दीजै, हम सार दीन दयाल ना तुम सार। अब पतियार क्या कीजै, बचनी तोर मोर मन मानै। जन को पूरन दीजै, हाँ बल बल जाओ रमैया कारने। कारण कवन अबोल रहाओ। बहुत जन्म बिसुरे थे माधो, एहो जन्म तुम्हारे लेखे। कह रविदास आस लग जीवो, चिर भयो दर्शन देखे। बहुत जन्म बिसुरे थे माधो, एहो जन्म तुम्हारे लेखे। कह रविदास आस लग जीवो, चिर भयो दर्शन देखे। वाहिगुरु जी का खालसा, वाहिगुरु जी की फतेह। परम सन्मान योग सरवरे कायनात वालिए कुल आलम, दसां पातशाहियां दी जोत रब्बी ज्ञान दे सागर साहिब सतगुरु श्री गुरु ग्रंथ साहिब पातशाह जी दी पावन हजूरी अंदर सुभाएमान बहुत ही वडभागी गुरसिख सतसंगी जनों। सतगुरां दी अपार मेहरामत दे सदका निता प्रति दी तरह सचखंड श्री हरमंदर साहिब विखे साहिब सतगुरु श्री गुरु ग्रंथ साहिब पातशाह जी ने त्रुट करके सानू मुखवाक बख्शिश कीते हन, जिस दी विचार आप जी देश विदेश विच ਅਤੇ ਦੀਵਾਨ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਿਤਾ ਪ੍ਰਤੀ ਜੁੜ ਬੈਠ ਕੇ ਸਰਵਣ ਕਰਦੇ ਹੋ। ਇਹ ਅੰਮ੍ਰਿਤਮਈ ਬਚਨ ਭਗਤ ਰਵਿਦਾਸ ਜੀ ਦੇ ਉਚਾਰਨ ਕੀਤੇ ਹੋਏ ਧਨਾਸਰੀ ਰਾਗ ਅੰਦਰ
ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 694 ਤੇ ਸ਼ੋਭਨੀਕ ਹਨ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬੜੇ ਹੀ ਅਦਬ ਸਤਿਕਾਰ ਸਹਿਤ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਅੰਕਿਤ ਕਰਵਾਇਆ ਔਰ ਸਿਰਲੇਖ ਵੀ ਬੜਾ ਸਤਿਕਾਰਯੋਗ ਵਰਤਿਆ। ਧਨਾਸਰੀ ਭਗਤ ਰਵਿਦਾਸ ਜੀ ਕੀ। ਆਓ ਸਾਰੇ ਮਨ ਬਿਰਤੀਆਂ ਨੂੰ ਕਰੀਏ ਇਕਾਗਰ। ਇੱਕ ਵਾਰ ਦਾਸਰੀ ਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਗੁਰੂ ਫਤਿਹ ਸਾਰੇ ਬੁਲਾਵੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ। ਧਨਾਸਰੀ ਰਾਗ ਅੰਦਰ ਭਗਤ ਰਵਿਦਾਸ ਜੀ ਦੀ ਉਚਾਰਨ ਕੀਤੀ ਹੋਈ ਇਹ ਪਵਿੱਤਰ ਬਾਣੀ, ਇਹ ਪਵਿੱਤਰ ਗੁਰ ਸ਼ਬਦ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਸੰਖੇਪ ਦੇ ਵਿੱਚ ਮੰਗਲ ਹੈ, ਕਿਉਂਕਿ ਹਰ ਲਿਖਾਰੀ ਹਰ ਕਵੀ ਆਪਣੇ ਇਸ਼ਟ ਦੇਵ ਦਾ ਮੰਗਲ ਕਰਦਾ ਹੈ। ਪ੍ਰਭੂ ਭਗਤਾਂ ਦਾ, ਸਤਿਗੁਰੂ ਜੀ ਦਾ ਜੋ ਇਸ਼ਟ ਦੇਵ ਹੈ ਉਹ ਅਕਾਲ ਪੁਰਖ ਹੈ। ਇਸ ਲਈ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਮੰਗਲ ਕੀਤਾ, ਕਿਉਂਕਿ ਉਹੀ ਉਹ ਵਿਦਿਆ ਦਾ ਦਾਤਾ ਹੈ, ਉਹੀ ਕਲਮ ਦੇ ਵਿੱਚ ਸ਼ਕਤੀ ਦੇਣ ਵਾਲਾ ਹੈ, ਉਹੀ ਉਹ ਮਿਹਰ ਭਰਿਆ ਹੱਥ ਰੱਖ ਕੇ ਉਚਾਰਨ ਕਰਵਾਉਣ ਵਾਲਾ, ਲਿਖਵਾਉਣ ਵਾਲਾ ਹੈ। ਇੱਕ ਓੰਕਾਰ ਦਾ ਅਰਥ ਹੈ ਪ੍ਰਮਾਤਮਾ ਇੱਕ ਹੈ। ਓੰਗ ਉਹ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਹੈ। ਉਹਦੀ ਹੁਕਮ ਰੂਪੀ ਕਾਰ ਸਾਰੇ ਸੰਸਾਰ ਤੇ ਚੱਲ ਰਹੀ ਹੈ। ਉਹ ਸਤ ਸਰੂਪ ਹੋਣ ਕਰਕੇ ਸੱਚੇ ਗੁਰੂ ਦੇ ਪ੍ਰਸਾਦ ਭਾਵ ਗੁਰੂ ਕਿਰਪਾ ਸਦਕਾ ਹੀ ਪ੍ਰਾਪਤ ਹੁੰਦਾ ਹੈ। ਹਮ ਸਰ ਦੀਨ ਦਇਆਲ ਨਾ ਤੁਮ ਸਰ। ਜਿੱਥੇ ਭਗਤ ਰਵਿਦਾਸ ਜੀ ਨੇ ਸ਼ਬਦ ਦੇ ਆਰੰਭ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਹੇ ਪ੍ਰਭੂ ਸਾਡੇ ਵਰਗਾ ਕੋਈ ਦੀਨ ਨਿਮਾਣਾ ਗਰੀਬ ਕੰਗਾਲ ਨਹੀਂ ਤੇ ਤੁਹਾਡੇ ਵਰਗਾ ਕੋਈ ਦਿਆਲੂ ਨਹੀਂ। ਉੱਥੇ ਰਹਾਉ ਵਾਲਾ ਜਿਹੜਾ ਬੰਦ ਹੈ, ਜੋ ਸ਼ਬਦ ਦਾ ਅੰਤਰੀਪ ਭਾਵ ਹੋਇਆ ਕਰਦਾ ਹੈ, ਉਹਦੇ ਵਿੱਚ ਭਗਤ ਰਵਿਦਾਸ ਜੀ ਪਰਮਾਤਮਾ ਤੋਂ ਬਲਹਾਰ ਜਾ ਰਹੇ ਨੇ। ਪਰਮਾਤਮਾ ਤੋਂ ਆਪਣਾ ਆਪ ਕੁਰਬਾਨ ਕਰ ਰਹੇ ਨੇ, ਘੋਲ ਘੁਮਾ ਰਹੇ ਨੇ, ਕਿਉਂਕਿ ਪਰਮਾਤਮਾ ਦੀਆਂ ਸਾਰੀਆਂ ਬਖਸ਼ਿਸ਼ਾਂ ਨੇ। ਬਲ ਤਿਸ ਬਾਪੈ ਜਿਨ ਹਉ ਜਾਇਆ। ਬਲਹਾਰ ਜਾਈਏ ਉਸ ਬਾਪੂ ਤੋਂ, ਉਸ ਅਕਾਲ ਪੁਰਖ ਵਾਹਿਗੁਰੂ ਤੋਂ, ਜਿਹਦੇ ਸਿਰਜੇ ਹੋਏ ਅਸੀਂ ਸੰਸਾਰ ਵਿੱਚ ਵਿਚ ਰਹੇ ਹਾਂ, ਜਿਹਦੀਆਂ ਦਿੱਤੀਆਂ ਹੋਈਆਂ ਦਾਤਾਂ ਵਰਤ ਰਹੇ ਹਾਂ, ਜੋ ਸਾਡਾ ਸਿਰਜਣਹਾਰ ਹੈ, ਜੋ ਪ੍ਰਤਪਾਲਕ ਹੈ। ਇੱਕ ਦੋ ਵਾਰ ਨਹੀਂ, ਬਾਰ ਨੇ ਬਲਹਾਰ ਨੇ ਲੱਖ ਵਰੀਆ, ਲੱਖਾਂ ਵਾਰ ਅਨੇਕਾਂ ਵਾਰ ਆਪਣੇ ਆਪ ਨੂੰ ਪ੍ਰਮਾਤਮਾ ਤੋਂ ਬਲਹਾਰ ਕਰੀਏ, ਕੁਰਬਾਨ ਕਰੀਏ, ਕਿਉਂਕਿ ਉਹਦੇ ਬੇਅੰਤ ਪਰ ਉਪਕਾਰ ਨੇ ਸਾਡੇ ਤੇ। ਭਗਤ ਰਵਿਦਾਸ ਜੀ ਜ਼ਿਕਰ ਕਰ ਰਹੇ ਨੇ, ਹਉ ਬਲ ਬਲ ਜਾਉ ਰਮਈਆ ਕਾਰਨੇ। ਰਮਈਆ ਦਾ ਅਰਥ ਹੈ ਜਿਹੜਾ ਸੋਹਣਾ ਪ੍ਰਮਾਤਮਾ ਸੰਸਾਰ ਵਿੱਚ ਰਮਿਆ ਹੋਇਆ ਹੈ। ਪ੍ਰਭੂ ਭਗਤਾਂ ਨੇ ਪਰਮਾਤਮਾ ਲਈ ਅਨੇਕਾਂ ਕਿਰਤਮ ਨਾਮ ਵਰਤੇ ਨੇ। ਉਹਨਾਂ ਵਿੱਚੋਂ ਇੱਕ ਇਹ ਵੀ ਹੈ, ਸਾਵਲ ਸੁੰਦਰ ਰਾਮਈਆ ਮੇਰਾ ਮਨ ਲਾਗਾ ਤੋਹੇ। ਉਵੇਂ ਪਰਮਾਤਮਾ ਅਨਾਮ ਹੈ, ਕਿਸੇ ਵੀ ਨਾਮ ਦੇ ਅਧੀਨ ਉਹ ਨਹੀਂ ਹੈ। ਔਰ ਏਡਾ ਵੱਡਾ ਉਹਦਾ ਨਾਮ ਹੈ ਕਿ ਦੁਨੀਆ ਦੇ ਕਿਸੇ ਨਾਮ ਨਾਲ ਵੀ ਅਸੀਂ ਪੁਕਾਰ ਕੇ ਇਹ ਨਹੀਂ ਕਹਿ ਸਕਦੇ ਕਿ ਅਸੀਂ ਉਹਦਾ ਪੂਰਾ ਨਾਮ ਵਰਣਨ ਕਰ ਦਿੱਤਾ ਹੈ। ਜਿਵੇਂ ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੱਲ ਨੂੰ ਪ੍ਰਕਾਸ਼ ਗੁਰਪੁਰਬ ਹੈ, ਉਹਨਾਂ ਦੇ ਵੀ ਬਚਨ ਅਸੀਂ ਜਾਪ ਸਾਹਿਬ ਦੇ ਆਰੰਭ ਵਿੱਚ ਪੜ੍ਹਦੇ ਹਾਂ। ਤਵ ਸਰਬ ਨਾਮ ਕਥੈ ਕਵਨ। ਕਿਹੜਾ ਮਾਈ ਦਾ ਲਾਲ ਹੈ ਜਿਹੜਾ ਤੇਰਾ ਪੂਰਾ ਨਾਮ ਕਥ ਸਕੇ, ਤੇਰੇ ਪੂਰੇ ਨਾਮ ਦੀ ਵਿਆਖਿਆ ਕਰ ਸਕੇ, ਤੇਰੇ ਪੂਰੇ ਨਾਮ ਨੂੰ ਕਹਿ ਸਕੇ, ਕਿਉਂਕਿ ਅਨਾਮ ਹੈ। ਦੁਨੀਆ ਦੇ ਸਾਰੇ ਨਾਂ ਵਰਤ ਕੇ ਵੀ ਕਹੀਏ ਬਹੁਤ ਉਪਮਾ ਥੋਰ ਕਹੀ।
ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ। ਹਾਂ, ਤੁਲਨਾ ਦਿੱਤੀ ਜਾ ਸਕਦੀ ਹੈ। ਕਿਰਤਮ ਨਾਮ ਵਰਤੇ ਜਾ ਸਕਦੇ ਨੇ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਹਿਜ਼ ਨੇਮ ਇਜ਼ ਟਰੂ, ਉਹਦਾ ਨਾਮ ਸਦਾ ਹੋਂਦ ਵਾਲਾ ਹੈ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਜਿੱਡਾ ਵੱਡਾ ਉਹ ਆਪ ਹੈ, ਓਡਾ ਵੱਡਾ ਹੀ ਉਹਦਾ ਨਾਮਣਾ ਹੈ। ਇਹੀ ਕਾਰਨ ਕਿ ਵਾਹਿਗੁਰੂ ਇਵੇਂ ਨਹੀਂ ਹੈ ਜਿਵੇਂ ਕਿਸੇ ਦਾ ਨਾਮ ਵਾਹਿਗੁਰੂ ਸਿੰਘ ਹੋਵੇ। ਸਤਨਾਮ ਇਵੇਂ ਨਹੀਂ ਵੀ ਜਿਵੇਂ ਕਿਸੇ ਦਾ ਨਾਮ ਸਤਨਾਮ ਸਿੰਘ ਹੋਵੇ। ਸਤਨਾਮ ਦਾ ਅਰਥ ਹੈ ਕਿ ਉਹਦਾ ਨਾਮ ਸਦਾ ਸਤ ਹੈ, ਹੋਂਦ ਵਾਲਾ ਹੈ। ਵਾਹਿਗੁਰੂ ਦਾ ਮਤਲਬ ਵੀ ਇਹੀ ਹੈ ਵੀ ਗੁਰੂ ਅਕਾਲ ਪੁਰਖ, ਤੇ ਉਹਨੂੰ ਵਾਹ ਕਹਿਣਾ ਚਾਹੀਦਾ ਵੀ ਜਿੱਥੇ ਉਹਨੂੰ ਗੋਪਾਲ ਵੀ ਕਹਿ ਲਿਆ, ਰਮਈਆ ਵੀ ਕਹਿ ਲਿਆ, ਦਮੋਦਰ ਵੀ ਕਹਿ ਲਿਆ, ਗੋਬਿੰਦ ਵੀ ਕਹਿ ਲਿਆ, ਦਿਆਲ ਵੀ ਕਹਿ ਲਿਆ, ਸਾਰੇ ਨਾਮ ਉਹਦੇ ਵਰਤ ਲਏ ਤੇ ਅਖੀਰ ਤੇ ਫਿਰ ਵਾਹ ਗੁਰੂ, ਹੇ ਅਕਾਲ ਪੁਰਖ ਤੂੰ ਵਾਹ। ਕਿਉਂਕਿ ਇਹ ਵਾਹ ਜਿਹੜਾ ਹੈ ਇਹ ਅਚਰਜ ਹੈ। ਜਿੱਥੇ ਜਾ ਕੇ ਸਾਰਾ ਕੁਝ ਕਹਿ ਲਈਏ ਤੇ ਫਿਰ ਅਖੀਰ ਤੇ ਉਹਦੀ ਅੰਦਰੋਂ ਜਿਹੜੀ ਸਿਫਤ ਹੈ ਉਹ ਵਾਹ ਵਾਹ ਦੇ ਨਾਲ ਉਚਾਰਨ ਹੁੰਦੀ ਹੈ। ਸਾਹਿਬ ਜੀ ਨੇ ਸਪਸ਼ਟ ਕੀਤਾ, ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸੁਮਤ। ਸੋਹਣੀ ਮੱਤ ਵਾਲਿਆਂ ਨੇ ਤੇਰੇ ਕਰਮ ਨਾਮ, ਤੇਰੇ ਕਿਰਤ ਨਾਮ, ਜਿਹੋ ਜਿਹਾ ਤੇਰਾ ਗੁਣ ਵੇਖਿਆ ਉਹੋ ਜਿਹਾ ਤੇਰਾ ਨਾਮ ਰੱਖ ਦਿੱਤਾ। ਰਮਈਏ ਦਾ ਅਰਥ ਹੈ ਕਿ ਉਹ ਰਮਿਆ ਹੋਇਆ ਸੰਸਾਰ ਵਿੱਚ। ਇਸ ਕਰਕੇ ਭਗਤ ਰਵਿਦਾਸ ਜੀ ਉਸ ਪ੍ਰਭੂ ਤੋਂ, ਸੋਹਣੇ ਰਮੇ ਹੋਏ ਪਰਮਾਤਮਾ ਤੋਂ ਬਲਹਾਰ ਜਾ ਰਹੇ ਨੇ। ਹਉ ਬਲ ਬਲ ਜਾਉ ਰਮਈਆ ਕਾਰਨੇ। ਉਸ ਰਮੇ ਹੋਏ ਪ੍ਰਭੂ ਤੋਂ ਮੈਂ ਸਦਾ ਬਲਹਾਰ ਜਾਵਾਂ। ਤੇ ਨਾਲੇ ਸਾਡੇ ਜੀਵਾਂ ਦੀ ਅਰਜ਼ੋਈ ਕਰ ਰਹੇ ਨੇ ਕਿ ਇਹ ਪ੍ਰਭੂ, ਇਹ ਜੀਵ ਤੁਹਾਡੋਂ ਸੰਸਾਰ ਵਿੱਚ ਵਿਛੜ ਕੇ ਬਿਲਕੁਲ ਆਪਣਾ ਸੰਬੰਧ ਤੁਹਾਡੇ ਨਾਲੋਂ ਤੋੜ ਚੁੱਕੇ ਨੇ। ਤੇ ਤੁਹਾਡੇ ਨਾਲੋਂ ਟੁੱਟਿਆ ਹੋਇਆ ਸੰਬੰਧ ਜਦੋਂ ਤੱਕ ਜੁੜਦਾ ਨਹੀਂ ਹੈ ਉਦੋਂ ਤੱਕ ਸਾਡੇ ਜੀਵਾਂ ਦਾ ਕਿਵੇਂ ਸਰ ਸਕਦਾ। ਕਾਰਨ ਕਵਨ ਅਬੋਲ, ਸਾਨੂੰ ਇਹ ਕਾਰਨ ਦੱਸ ਵੀ ਕਿਹੜੀ ਸਾਡੇ ਤੋਂ ਕੋਈ ਗਲਤੀ ਹੋ ਗਈ, ਭੁੱਲ ਹੋ ਗਈ ਕਿ ਤੁਸੀਂ ਸਾਡੇ ਨਾਲ ਬੋਲਦੇ ਨਹੀਂ। ਅਬੋਲ, ਤੁਸੀਂ ਚੁੱਪ ਧਾਰਨ ਕੀਤੀ ਹੋਈ ਹੈ। ਤੇ ਫਿਰ ਆਪ ਹੀ ਪਾਵਨ ਬਾਣੀ ਦੇ ਵਿੱਚ ਸਪਸ਼ਟ ਕੀਤਾ ਵੀ ਸਾਡੇ ਤੇ ਤੁਹਾਡੇ ਵਿੱਚ ਅੰਤਰ ਕੋਈ ਨਹੀਂ। ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਹੇ ਪ੍ਰਭੂ, ਸਾਡੇ ਤੇ ਤੇਰੇ ਵਿੱਚ ਦੂਰੀ ਕੋਈ ਨਹੀਂ, ਭਿੰਨਤਾ ਕੋਈ ਨਹੀਂ, ਅੰਤਰ ਕੋਈ ਨਹੀਂ। ਇੰਨਾ ਕੁ ਅੰਤਰ ਹੈ ਜਿਵੇਂ ਸੋਨੇ ਤੇ ਸੋਨੇ ਦੇ ਕੜੇ ਵਿੱਚ, ਪਾਣੀ ਤੇ ਪਾਣੀ ਦੀਆਂ ਤਰੰਗਾਂ ਵਿੱਚ। ਪਰ ਅਸਲ ਵਿੱਚ ਸੋਨੇ ਦਾ ਕੜਾ ਵੀ ਤੇ ਸੋਨਾ ਹੀ ਹੈ। ਪਾਣੀ ਦੀਆਂ ਤਰੰਗਾਂ ਜਿਹੜੀਆਂ ਉਹ ਵੀ ਤਾਂ ਅਸਲ ਵਿੱਚ ਪਾਣੀ ਨੇ। ਇਹ ਜੀਵ ਵੀ ਤਾਂ ਅਸਲ, ਹੇ ਪ੍ਰਭੂ, ਤੁਹਾਡੀ ਹੀ ਅੰਸ਼ ਹੈ, ਤੁਹਾਡਾ ਹੀ ਸਿਰਜਿਆ ਹੋਇਆ ਹੈ। ਠੀਕ ਹੈ, ਅਸੀਂ ਜੀਵ ਬਹੁਤ ਗੁਸਤਾਖੀ, ਬਹੁਤ ਅਸੀਂ ਕਈ ਵਾਰ ਔਗਣਾਂ ਨਾਲ ਭਰੇ ਕਈ ਤਰ੍ਹਾਂ ਦੀਆਂ ਭੁੱਲਾਂ, ਕਈ ਤਰ੍ਹਾਂ ਦੇ ਪਾਪ ਕਰਦੇ ਹਾਂ। ਪਰ ਇੱਕ ਗੱਲ ਦੱਸੋ, ਜੋ ਪੈ ਹਮਨਾ ਪਾਪ ਕਰੰਤਾ, ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ। ਜੇ ਅਸੀਂ ਪਾਪ ਨਾ ਕਰਦੇ, ਜੇ ਅਸੀਂ ਔਗਣ ਭੁੱਲਾਂ ਨਾ ਕਰਦੇ, ਤੇ ਤੁਹਾਨੂੰ ਪਤਤ ਪਾਵਨ, ਤੁਹਾਨੂੰ ਬਖਸ਼ਣਹਾਰ ਕਿਹਨੇ ਕਹਿਣਾ ਸੀ। ਇਸ ਕਰਕੇ ਤੁਸੀਂ ਹੁਣ ਸਾਡੇ ਔਗਣਾਂ ਵੱਲ, ਸਾਡੀਆਂ ਭੁੱਲਾਂ ਵੱਲ, ਸਾਡੇ ਪਾਪਾਂ ਵੱਲ ਨਾ ਵੇਖਿਓ। ਕਿਉਂਕਿ ਜੇ ਇਹ ਪਰਤਾਵਾ ਤੁਸੀਂ ਲੈਣ ਲੱਗ ਪਏ ਤੇ ਸੱਚਮੁੱਚ ਅਸੀਂ ਤੁਹਾਡੇ ਸਾਹਮਣੇ ਤੁਛ ਹਾਂ। ਕਿਉਂਕਿ ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਵੀ ਜੇ ਕੋਈ ਬੰਦਾ ਕਵੇ ਮੈਂ ਮਿੱਟੀ ਨੂੰ ਧੋ ਕੇ ਸਾਫ਼ ਕਰਨਾ, ਤੇ ਮਿੱਟੀ ਨੂੰ ਧੋਂਦਿਆਂ ਧੋਂਦਿਆਂ ਮਿੱਟੀ ਖਤਮ ਹੋ ਜਾਣੀ ਹੈ। ਮਿੱਟੀ ਕਦੇ ਸਾਫ਼ ਹੁੰਦੀ ਹੈ? ਸਾਡੀ ਹਾਲਤ ਇਸ ਤਰ੍ਹਾਂ ਦੀ ਹੈ। ਇਸ ਕਰਕੇ ਇਹੀ ਕਹਿਣਾ ਬਣਦਾ ਹੈ ਕਿ ਹੇ ਪ੍ਰਭੂ, ਤੁਸੀਂ ਸਾਗਰ ਹੋ, ਅਸੀਂ ਬੂੰਦ ਹਾਂ। ਤੁਸੀਂ ਬਹੁਤ ਵੱਡੇ ਪਰਬਤ ਹੋ, ਅਸੀਂ ਨਿੱਕੇ ਜਿਹੇ ਮਿੱਟੀ ਦੇ ਰੇਤ ਦੇ ਕਣ ਹਾਂ। ਹੇ ਪ੍ਰਭੂ, ਤੁਸੀਂ ਬਹੁਤ ਵੱਡੇ ਚਮਕਦੇ ਸੂਰਜ ਹੋ, ਅਸੀਂ ਨਿੱਕੀ ਜੀ ਕਿਰਨ ਹਾਂ। ਸਾਡਾ ਤੁਹਾਡੇ ਨਾਲ ਕਿਵੇਂ ਮੇਲ ਹੋ ਸਕਦਾ? ਕਿਵੇਂ ਅਸੀਂ ਤੁਹਾਡੇ ਬਰਾਬਰ ਸਾਡੀ ਬਣ ਆ ਸਕਦੀ ਹੈ? ਇਹ ਪਰਤਾਵਾ ਲੈਣ ਦੀ ਲੋੜ ਨਹੀਂ। ਅਸੀਂ ਭੁੱਲਣਹਾਰ ਹਾਂ, ਤੁਸੀਂ ਬਖਸ਼ੰਦ ਹੋ।
यही कारण कि जदों गुरु नानक साहब जी परमात्मा की सिफत सलाह करते हैं तो सिफत सलाह करन लग्गियां आखदे ने, हे प्रभु ये तां असीं इन्नी क सिफत कीती है भी जिवें कोई होवे सुल्तान ते उहनूं केवल मियाँ मियाँ आखिया होवे। हुण किड्डी वड्डी सिफत सा कि दिने रात गुरु नानक साहब परमात्मा दे गुण गाउंदे ने, पर ये स्पष्ट करते ने, तू सुल्तान कहाँ हो मियाँ तेरी कवन वडाई। सतगुरु गुरु अर्जन देव महाराज प्रतख हर ने आप नरैण कला धार जग में परवरियो, पर जदों परमात्मा नूं संबोधन करते ने ते प्रतख हर हुंदियां भी आखदे ने, हम मैले तुम उजल करते। यह है धर्म कि अपने आप नूं औगणा नाल, अपने आप नूं मैल नाल, अपने आप नूं पापी नाल तशबीह देनी ते परमात्मा नूं पतत पावन कहना, उजल कहना, बख्शंद कहना। ते जे कोई कहे भी मैं हुण खुद ही परमात्मा हाँ, मैं हुण खुद ही लोकां दे गुनाह बख्शण वाला हाँ, ये धर्म नहीं है, ये एक भरम है। गरीब नवाज ने कृपा कीती, सतगुरु गुरु अर्जन देव महाराज अपने आप नूं परमात्मा दे सामने इवें बयान करते ने, हम मैले तुम उजल करते। अज असीं कहने आ कि साडी अरदास क्यों नहीं मालक सुनदा, क्यों नहीं पूरी करदा, क्योंकि असीं जदों मालक दे दर ते आउंदे आ निर्माणता नाल नहीं आउंदे, असीं अपना हंकार नाल लै के आउंदे आ, असीं अपना धनाड़पुणा नाल लै के आउंदे आ। जे किते अरदासिया सिंह अरदास विच ना लैना भुल जावे ते वेखो साडे हंकार नूं किड्डी वड्डी ठेस लगदी है। कई वार तां उन्नी अरदास दे अखर लम्मे नहीं हुंदे जिन्नी लिस्ट बन जाती है भी फलाणे ने पक्खा, फलाणे ने इन्नी माया, फलाणे ने इन्नियां बोरियां। पर जदों गुरु दर ते आउणा उदों अरदास तां इह करनी है कि हम अवगुण भरे एक गुण नाही, अमृत छाड़ बिखै बिख खाई, माया मोह भरम पै भूले, सो दारा स्यों प्रीत लगाई। इत्थे आके कहना, हम मैले तुम उजल करते, हम निर्गुण तू दाता, हम मूर्ख तुम चतुर सियाणे, तू सर्ब कला का ज्ञाता। सतगुरु गुरु अर्जन देव जी सर्ब कला समर्थ ने, पर परमात्मा नूं कह रहे ने कि तुसीं सर्ब कला दे ज्ञाता हो, असीं अज्ञानी हाँ। असीं हे प्रभु तुहाडे सामने बिल्कुल मैले कुचैले जीवन वाले हाँ। और सतगुरां ने एक सुर विच हो के कहा, ये नीच कर्म प्रभ मेरे, हे मेरे प्रभु साडे इहो जे नीवें कर्म ने, नानक नीच कहै विचार, वारिया ना जावां एक वार, जो तुद भावै साई भली कार, तू सदा सलामत निरंकार। भाई साहब भाई गुरदास जी सिख ने कि जदों भी सतगुरु जां परमेश्वर दे सामने अपनी होण दा जिक्र करते ने ते उत्थे उन्हां ने भी बड़ी निमरता भरे बोल कहे ने, तोसो ना नाथ अनाथ ना मूसर, भी जे तेरे वर्गा नाथ, तेरे वर्गा मालक लभना होवे ते नहीं लभ सकदा। आ वेखो अज्ञानी जीव जोगियां नूं नाथ कही जांदे ने, पर साहब ने जपजी साहब विच कहा नहीं, वो प्रभु है जिहड़ा सारे संसार दा मालक है, ਉਹਦੇ ਨਾਲ ਅਸੀਂ जुड़ना है, क्योंकि ਉਹਦੇ ਨਾਲ सारी सृष्टि नथी हुई है। आप नाथ नाथी सब जागी, भुगत ज्ञान दया भंडारन, घट घट वाजै नाद। वो प्रभु जिहड़ा है वो असल विच नाथ है सारे संसार दा, ਉਹਦੇ अगे सिजदा करना है। गुरदास जी कहते ने, तोसो ना नाथ अनाथ ना मूसर, तोसो ना दानी ना मोसो भिखारी। तेरे वर्गा दानी, तेरे वर्गा दाता कोई नहीं, ते साडे वर्गा भिखारी कोई नहीं। सतगुरां समर्थ हुंदियां भी ये प्रवान कीता है, हम भीखक भिखारी, तेरे तू निजपत है दाता। ते जे सतगुरु कह रहे ने कि हे अकाल पुरख तुसी दाते हो, असीं भिखारी, ते सिख किवें दानी हो गया? सिख कहंदा भी मैं इन्ना दान कीता नहीं। दान करन वाला ते अकाल पुरख वाहिगुरू है। असीं ते ये कहना है कि असी सारे तेरे दर ते जाचक हाँ, तेरे दर दे मंगण वाले हाँ, तेरा दिता होया तैनू असी की अर्पण कर सकते? हे मालिक के सब कुछ तां तेरा दिता होया। तोसो ना नाथ अनाथ ना मूसर, तोसो ना दानी ना मोसो भिखारी।
ਮੋਸੋ ਨਾ ਦੀਨ ਦਇਆਲ ਨਾ ਤੋਸਰ, ਮੋਸੋ ਅਗਿਆਨ ਨਾ ਤੋਸੋ ਵਿਚਾਰੀ, ਮੋਸੋ ਨਾ ਪਤਤ ਨਾ ਪਾਵਨ ਤੋਸਰ, ਮੋਸੋ ਵਿਕਾਰੀ ਨਾ ਤੋਸੋ ਉਪਕਾਰੀ, ਮੇਰੇ ਹੈ ਅਗੁਣ ਤੂੰ ਗੁਣ ਸਾਗਰ, ਜਾਤ ਰਸਾਤਲ ਓੜ ਤਿਹਾਰੀ। ਪ੍ਰਭੂ ਭਗਤ ਆਖਦੇ ਨੇ, ਇਹ ਮਾਲਕ ਅਸੀਂ ਹੌਰੇ ਆ, ਤੁਸੀਂ ਗੌਰੇ ਹੋ। ਹੌਰੇ ਦਾ ਮਤਲਬ ਹੌਲੇ ਤੇ ਗੌਰੇ ਦਾ ਅਰਥ ਭਾਰੇ। ਹਮ ਚਾਕਰ ਗੋਬਿੰਦ ਕੇ ਠਾਕੁਰ ਮੇਰਾ ਭਾਰਾ। ਭਾਰੇ ਦਾ ਮਤਲਬ ਵੀ ਉਹ ਸਭ ਕੁਝ ਕਰਨ ਕਰਾਉਣ ਦੀ ਸਮਰੱਥਾ ਰੱਖਣ ਵਾਲਾ। ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਉਹ ਪ੍ਰਭੂ ਜਿਹੜਾ ਹੈ ਉਹਦੇ ਬਾਰੇ ਕਿਹਾ ਕਿ ਤੁਸੀਂ ਗੌਰੇ ਹੋ, ਅਸੀਂ ਹੌਰੇ ਹਾਂ, ਤੁਸੀਂ ਪੂਰੇ ਹੋ, ਅਸੀਂ ਊਰੇ ਹਾਂ। ਤੇ ਕੇਵਲ ਇਹ ਬਚਨ ਕਹੇ ਹੀ ਨਹੀਂ। ਜਦੋਂ ਕਿਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਹਜੂਰ ਮੇਵੜਾ ਸਿੱਖ ਅਰਦਾਸ ਕਰਦਾ ਤੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਜੀ 4.5 ਟਕੇ ਅਰਦਾਸ ਭੇਟਾ ਦੇ ਦਿਆ ਕਰਦੇ ਸਨ। ਸਿੱਖਾਂ ਪੁੱਛਿਆ, ਪਾਤਸ਼ਾਹ ਇਹ 5 ਕਿਉਂ ਨਹੀਂ, 4.5 ਕਿਉਂ? ਤੇ ਗੁਰੂ ਅਰਜਨ ਦੇਵ ਮਹਾਰਾਜ ਕਿਹਾ ਕਰਦੇ ਸਨ 4 ਟਕੇ 4 ਪਾਤਸ਼ਾਹੀਆਂ ਦੇ ਤੇ ਅੱਧਾ ਟਕਾ ਸਾਡਾ। ਸਿੱਖ ਕਹਿਣ ਲੱਗੇ ਆਪ ਵੀ ਤਾਂ ਪਾਤਸ਼ਾਹੀ ਹੋ, ਆਪ ਵੀ ਤਾਂ ਪ੍ਰਤੱਖ ਹਰ ਹੋ। ਸਾਹਿਬ ਕਹਿਣ ਲੱਗੇ 4 ਪਾਤਸ਼ਾਹੀਆਂ ਹੋ ਚੁੱਕੀਆਂ ਨੇ, ਅਸੀਂ ਅਜੇ ਸਰੀਰ ਵਿੱਚ ਵਿਚਰ ਰਹੇ ਹਾਂ ਤੇ ਜਦੋਂ ਤੱਕ ਸਰੀਰ ਵਿੱਚ ਵਿਚਰੀਏ ਉਦੋਂ ਤੱਕ ਪੂਰੇ ਹੋਣ ਦਾ ਕਦੇ ਦਾਵਾ ਨਹੀਂ ਕਰਨਾ ਚਾਹੀਦਾ। ਬਸ ਇਹ ਪੱਕਾ ਹੀ ਹੈ ਵੀ ਜਿਨ੍ਹਾਂ ਨੇ ਇਸ਼ਤਿਹਾਰ ਛਪਾਏ ਹੋਣ ਵੀ ਇਹ ਪੂਰਨ ਨੇ, ਇਹ ਸੱਚਮੁੱਚ ਪਹੁੰਚੇ ਹੋਏ ਨੇ, ਸਮਝ ਲੈਣਾ ਉਹਨਾਂ ਦੇ ਪੱਲੇ ਕੱਖ ਵੀ ਨਹੀਂ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਇਹ ਸਪਸ਼ਟ ਕਰ ਰਹੇ ਨੇ ਕਿ ਇਹ ਮਾਲਕ ਜਦੋਂ ਤੱਕ ਅਸੀਂ ਸਰੀਰ ਵਿੱਚ ਹਾਂ ਉਦੋਂ ਤੱਕ ਪੂਰੇ ਹੋਣ ਦਾ ਕੋਈ ਦਾਵਾ ਨਹੀਂ, ਕਿਉਂਕਿ ਪੂਰੇ ਤੁਸੀਂ ਹੋ ਤੇ ਅਸੀਂ ਤੁਹਾਡੀ ਇਬਾਦਤ ਕਰਨ ਵਾਲੇ ਹਾਂ, ਤੁਹਾਡੇ ਅਸੀਂ ਗੁਣ ਗਾਉਣ ਵਾਲੇ ਹਾਂ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਆਪ ਨੂੰ ਮਾਲਕ ਦੇ ਦਰ ਦਾ ਢਾਡੀ ਵੀ ਕਿਹਾ, ਸ਼ਾਇਰ ਵੀ ਕਿਹਾ, ਦਰ ਕੀਆਂ ਬਾਤਾਂ ਸ਼ਹਿ ਕੀਆਂ ਗੱਲਾਂ ਸੁਣਾਉਣ ਵਾਲਾ ਵੀ ਕਿਹਾ। ਤੇ ਸਾਨੂੰ ਵੀ ਸਿੱਖਿਆ ਦਿੱਤੀ, ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਕਿ ਉਹਦੀਆਂ ਬਾਤਾਂ, ਉਹਦੀਆਂ ਸਿਫਤ ਸਲਾਹਾਂ, ਉਹਦੇ ਗੁਣ ਗਾਓ। ਉਹ ਸਮਰੱਥ ਹੈ, ਜੋ ਕੁਝ ਉਹ ਕਰ ਰਿਹਾ ਹੈ ਉਹਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ, ਸਾਡਾ ਕੋਈ ਦਾਵਾ ਨਹੀਂ। ਤੇ ਭਗਤ ਰਵਿਦਾਸ ਜੀ ਵੀ ਇਸੇ ਤਰ੍ਹਾਂ ਹੀ ਬੇਨਤੀ ਕਰ ਰਹੇ ਨੇ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਹੇ ਪ੍ਰਭੂ ਕੀ ਪਰਤਾਵਾ ਲਓਗੇ? ਅਸੀਂ ਕਿਵੇਂ ਤੁਹਾਡੀ ਬਰਾਬਰਤਾ ਕਰ ਸਕਦੇ ਹਾਂ? ਵੀ ਸਾਡੇ ਵਰਗਾ ਦੀਨ ਕੰਗਾਲ ਗਰੀਬ ਸੰਸਾਰ ਵਿੱਚ ਹੋਰ ਕੋਈ ਨਹੀਂ ਤੇ ਤੁਹਾਡੇ ਵਰਗਾ ਦਿਆਲੂ ਕਿਰਪਾਲੂ ਕੋਈ ਨਹੀਂ ਹੈ। ਅਬ ਪਤਿਆਰ ਕਿਆ ਕੀਜੈ। ਹੁਣ ਕੀ ਪਰਤਾਵਾ ਕਰਾਂਗੇ? ਭਾਵ ਕਿਵੇਂ ਅਸੀਂ ਤੁਹਾਡੇ ਤੁੱਲ ਪਹੁੰਚ ਸਕਦੇ ਹਾਂ ਜਾਂ ਕਿਵੇਂ ਨਿਰਣਾ ਕਰਾਂਗੇ? ਤੋਲਿਆਂ ਅਸੀਂ ਕਿਵੇਂ ਪੂਰੇ ਹੋ ਸਕਦੇ ਹਾਂ? ਹਾਂ ਉਵੇਂ ਤਾਂ ਆਪਾਂ ਦਾਵਾ ਕਰ ਸਕਦੇ ਹਾਂ, ਸਭ ਕੋ ਆਪੇ ਪੂਰਾ ਹੋਵੇ ਘਟ ਨਾ ਕੋਈ ਆਖੈ, ਪਤ ਪਰਵਾਣਾ ਪਿਛੈ ਪਾਈਐ, ਤਾਂ ਨਾਨਕ ਤੋਲਿਆਂ ਜਾਪੈ। ਕਹਿੰਦੇ ਪਤਾ ਤੇ ਉਦੋਂ ਲੱਗਦਾ ਜਦੋਂ ਇੱਕ ਪਾਸੇ ਵੱਟਾ ਪਾਇਆ ਹੋਵੇ, ਦੂਜੇ ਪਾਸੇ ਵਸਤੂ ਪਾਈ ਹੋਵੇ ਵੀ ਤੋਲ ਚ ਪੂਰੀ ਹੈ। ਉਵੇਂ ਹਰ ਕੋਈ ਕਹੀ ਜਾਂਦਾ ਮੈਂ ਪੂਰਾ ਹਾਂ, ਮੈਂ ਪੂਰਾ ਹਾਂ, ਪਰ ਪਤਾ ਤੇ ਉਦੋਂ ਹੀ ਲੱਗਦਾ ਜਦੋਂ ਤਕੜੀ ਦੇ ਵਿੱਚ ਤਰਾਜੂ ਵਿੱਚ ਪਾ ਕੇ ਤੋਲਿਆ ਜਾਵੇ। ਅਸੀਂ ਤੇਰੇ ਨਾਲ ਨਹੀਂ ਤੁੱਲ ਸਕਦੇ, ਤੇਰੇ ਤੁੱਲ ਅਸੀਂ ਨਹੀਂ ਹੋ ਸਕਦੇ, ਤੇਰੇ ਸਦਰਸ਼, ਤੇਰੇ ਵਰਗੇ, ਤੇਰੇ ਬਰਾਬਰ ਅਸੀਂ ਨਹੀਂ ਪਹੁੰਚ ਸਕਦੇ, ਕਿਉਂਕਿ ਸਾਡੇ ਵਰਗਾ ਦੀਨ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਹੁਣ ਇਹ ਪਰਤਾਵਾ ਅਸੀਂ ਕੀ ਭਾਵ ਕਰੀਏ ਕਿ ਤੁਸੀਂ ਕੀ ਸਾਡਾ ਪਰਤਾਵਾ ਕੀ ਨਿਰਣਾ ਕਰੋਗੇ? ਇਹ ਸਾਡੀ ਹਾਲਤ ਹੈ ਕਿ ਸਾਡੇ ਵਰਗਾ ਗਰੀਬ ਕੰਗਾਲ ਦੀਨ ਕੋਈ ਨਹੀਂ ਤੇ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ। ਬਚਨੀ ਤੋਰ ਮੋਰ ਮਨ ਮਾਨੈ, ਜਨ ਕਉ ਪੂਰਨ ਦੀਜੈ। ਤੁਸੀਂ ਆਪਣੇ ਦਾਸ ਜਨ ਨੂੰ ਇਹ ਪੂਰਨ ਭਰੋਸਾ, ਪੂਰਨ ਸਿਦਕ ਵਿਸ਼ਵਾਸ ਦ੍ਰਿੜ ਕਰਵਾ ਦਿਓ। ਅਸੀਂ ਤੁਹਾਡੇ ਬਚਨਾਂ ਨੂੰ ਭਾਵ ਤੁਹਾਡੀਆਂ ਗੱਲਾਂ ਕਰਕੇ, ਤੁਹਾਡੀ ਸਿਫਤ ਸਲਾਹ ਕਰਕੇ ਸਾਡਾ ਜਿਹੜਾ ਮਨ ਹੈ ਉਹ ਤੁਹਾਡੀ ਸਿਫਤ ਸਲਾਹ ਦੇ ਬਚਨਾਂ ਵਿੱਚ, ਸਿਫਤ ਸਲਾਹ ਦੀਆਂ ਗੱਲਾਂ ਵਿੱਚ ਪੂਰਨ ਤੌਰ ਤੇ ਪਤੀਜ ਜਾਵੇ। ਕਿਉਂਕਿ ਉਵੇਂ ਪ੍ਰਭੂ ਦੇ ਤੁੱਲ ਅਸੀਂ ਨਹੀਂ ਪਹੁੰਚ ਸਕਦੇ, ਪਰ ਜਦੋਂ ਮਾਲਕ ਦੇ ਗੁਣ ਗਾਵਾਂਗੇ,
ਗੁਣ ਕੈ ਗੁਣੀ ਸਮਾਵਣਿਆ। ਗੁਣ ਗਾ ਗਾ ਕੇ ਉਸ ਗੁਣੀ ਦੇ ਵਿੱਚ ਲੀਨ ਹੋ ਜਾਈਦਾ, ਉਹਦਾ ਰੂਪ ਬਣ ਜਾਈਦਾ, ਉਹਦੇ ਬਚਨਾਂ ਦੀ ਸਿਫਤ ਸਲਾਹ ਕਰਕੇ ਉਹਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਭਗਤਾਂ ਨੇ ਪਰਮਾਤਮਾ ਦੇ ਨਾਲ ਜੁੜ ਕੇ ਪ੍ਰੇਮਾ ਭਗਤੀ ਕੀਤੀ ਹੈ। ਉਹਨਾਂ ਨੇ ਇਹ ਪ੍ਰਵਾਨ ਕੀਤਾ ਕਿ ਮਾਲਕ, ਜਦੋਂ ਅਸੀਂ ਤੁਹਾਡੀ ਸਿਫਤ ਸਲਾਹ ਕਰਦੇ ਹਾਂ ਤੇ ਸਾਡਾ ਮਨ ਜਿਹੜਾ ਹੈ ਉਹ ਤੁਹਾਡੇ ਬਚਨਾਂ ਨਾਲ, ਤੁਹਾਡੇ ਨਾਲ ਜਦੋਂ ਅਸੀਂ ਗੱਲਾਂ ਕਰਦੇ ਹਾਂ ਤੇ ਫਿਰ ਪਤੀ ਜਾਂਦਾ ਹੈ। ਤਾਂ ਹੀ ਭਗਤ ਰਵਿਦਾਸ ਜੀ ਨੇ ਇਹ ਨਿਰਣਾ ਦਿੱਤਾ ਹੈ ਨਾ ਵੀ ਕਾਰਨ ਕਵਨ ਅਬੋਲ, ਵੀ ਜੇ ਤੂੰ ਸਾਡੇ ਨਾਲ ਬੋਲੇ ਹੀ ਨਾ, ਸਾਡੇ ਨਾਲ ਗੱਲਾਂ ਹੀ ਨਾ ਕਰੇ ਤੇ ਫਿਰ ਸਾਨੂੰ ਕਿਵੇਂ ਚੈਨ ਆ ਸਕਦਾ। ਅਸੀਂ ਤਾਂ ਤੁਹਾਡੇ ਬਚਨਾਂ ਨੂੰ ਗਾ ਕੇ, ਤੁਹਾਡੇ ਨਾਲ ਗੱਲਾਂ ਕਰਕੇ, ਤੁਹਾਡੇ ਨਾਲ ਆਪਣਾ ਮਨ ਜੋੜ ਕੇ ਇਵੇਂ ਆਪਣੇ ਮਨ ਨੂੰ ਸੰਤੁਸ਼ਟ ਕਰਨਾ। ਇਹ ਸੱਚੀ ਗੱਲ ਜੇ ਵੀ ਜਦੋਂ ਕਿਸੇ ਵੀ ਇਕਾਂਤ ਵਿੱਚ, ਇਕਾਗਰਤਾ ਦੇ ਵਿੱਚ ਅਸੀਂ ਬਿਨਾਂ ਬੋਲਿਆਂ ਵੀ ਅੰਦਰ ਦੇ ਭਾਵ ਪ੍ਰਮਾਤਮਾ ਅੱਗੇ ਰੱਖਦੇ ਹਾਂ, ਉਹ ਪ੍ਰਮਾਤਮਾ ਨਾਲ ਸਿੱਧੀ ਗੱਲ ਹੁੰਦੀ ਹੈ। ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰੋ ਨਿਤ। ਜਦੋਂ ਸੰਕਟ ਹੋਵੇ ਨਾ, ਉਦੋਂ ਸਾਡੇ ਤੇ ਪ੍ਰਮਾਤਮਾ ਦੇ ਦਰਮਿਆਨ ਹੋਰ ਕੋਈ ਨਹੀਂ। ਉਦੋਂ ਅੰਦਰੋਂ ਜੁੜ ਕੇ ਜਿਹੜੀ ਚੀਸ ਨਿਕਲਦੀ ਹੈ, ਜਿਹੜੀ ਅੰਦਰੋਂ ਆਵਾਜ਼ ਨਿਕਲਦੀ ਹੈ, ਜਿਹੜਾ ਅੰਦਰੋਂ ਹੌਕਾ ਨਿਕਲਦਾ ਹੈ ਵੀ ਹੁਣ ਅਸੀਂ ਸਾਰੇ ਦਰ ਵੇਖ ਲਏ ਨੇ, ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ। ਉਹ ਹੈ ਪ੍ਰਮਾਤਮਾ ਨਾਲ ਗੱਲਾਂ, ਕਿ ਅੰਦਰੋਂ ਤਰਲਾ ਲੈਣਾ, ਅੰਦਰੋਂ ਜੋਦੜੀ ਕਰਨੀ ਕਿ ਹੇ ਪ੍ਰਭੂ, ਇਹ ਪਰਤਾਵਾ ਹੁਣ ਤੁਸੀਂ ਕੀ ਕਰੋਗੇ, ਕਿਉਂਕਿ ਸਾਡੇ ਵਰਗਾ ਦੀਨ ਕੋਈ ਨਹੀਂ, ਤੁਹਾਡੇ ਵਰਗਾ ਦਿਆਲੂ ਕਿਰਪਾਲੂ ਕੋਈ ਨਹੀਂ। ਕਿਰਪਾ ਕਰੋ ਕਿ ਤੁਹਾਡੇ ਬਚਨਾਂ ਨਾਲ, ਤੁਹਾਡੀਆਂ ਸਿਫਤ ਸਲਾਹ ਦੀਆਂ ਗੱਲਾਂ ਨਾਲ ਸਾਡਾ ਮਨ ਜਿਹੜਾ ਹੈ ਉਹ ਪੂਰਨ ਤੌਰ ਤੇ ਬਤੀਤ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਕਿ ਉਵੇਂ ਕਿਸੇ ਹੋਰ ਤਰੀਕੇ ਨਾਲ ਅਸੀਂ ਪਰਮਾਤਮਾ ਨੂੰ ਰਝਾ ਨਹੀਂ ਸਕਦੇ। ਜੇ ਕੋਈ ਇਹ ਕਵੇ ਕਿ ਮੇਰਾ ਰੂਪ ਬੜਾ ਸੁੰਦਰ ਹੈ, ਸ਼ਾਇਦ ਮੈਂ ਆਪਣੀ ਸੁੰਦਰਤਾ ਦਾ ਪ੍ਰਭਾਵ ਪਰਮਾਤਮਾ ਤੇ ਪਾ ਕੇ ਆਪਣੇ ਰੂਪ ਦੁਆਰਾ, ਆਪਣੀ ਸੁੰਦਰਤਾ ਦੁਆਰਾ ਪਰਮਾਤਮਾ ਨੂੰ ਵਸ ਵਿੱਚ ਕਰ ਲਵਾਂਗਾ। ਇਹ ਵੀ ਸਾਡੀ ਅਗਿਆਨਤਾ ਹੈ, ਕਿਉਂਕਿ ਉਹ ਸਾਰੀ ਸੁੰਦਰਤਾ ਦਾ ਮਾਲਕ ਹੈ। ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ। ਉਹਦੇ ਨੂਰ ਤੋਂ ਕਿ ਹੁਸਨਲ ਜਮਾਲ ਹੈ, ਕਿ ਸੁੰਦਰ ਸਰੂਪ ਹੋ, ਕਿ ਭੂਪਨ ਕੇ ਭੂਪ ਹੋ। ਪ੍ਰਭੂ ਪਿਆਰੇ ਤਾਂ ਤਰਲਾ ਕਰਦੇ ਨੇ, ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ। ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੇ ਲਾਗ ਚਲੀ। ਸੁਪਨਾ ਉਬੀ ਭਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਬਰਾਜਤ ਪੇਖ ਮਨ ਬੰਚਲਾ। ਉਹ ਤੇ ਰੂਪ, ਉਹ ਤੇ ਹੁਸਨ ਦਾ ਮਾਲਕ ਹੈ, ਉਹਦੇ ਅੱਗੇ ਕਿਸੇ ਦੇ ਰੂਪ ਦਾ ਕੋਈ ਪ੍ਰਭਾਵ ਨਹੀਂ ਚੱਲ ਸਕਦਾ। ਸਗੋਂ ਇਹ ਕਹਿਣਾ ਹੈ ਕਿ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਜਿਹਦੀ ਕਿਰਪਾ ਨਾਲ ਤੈਨੂੰ ਇੰਨਾ ਰੂਪ, ਤੈਨੂੰ ਇੰਨੀ ਸੁੰਦਰਤਾ ਮਿਲੀ ਹੈ, ਤੂੰ ਉਹਦੇ ਨਾਲ ਜੁੜ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਰੂਪ ਕੈ ਜੋ ਰੀਜੈ, ਰੂਪਵੰਤ ਹੀ ਰਜਾਏ ਲੈ। ਬਲ ਕੇ ਜੋ ਮਿਲੈ ਬਲਵੰਤ ਗੈ ਰਾਖਈ। ਜੇ ਸੋਹਣੇ ਰੂਪ ਨਾਲ ਮਿਲਦਾ ਹੁੰਦਾ ਤੇ ਜਿਹੜੇ ਸੁੰਦਰ ਲੋਕ ਸਨ ਉਹ ਪਰਮਾਤਮਾ ਨੂੰ ਆਪਣੇ ਰੂਪ ਤੇ ਰਝਾ ਲੈਂਦੇ। ਜੇ ਬਲ ਕਰਕੇ, ਤਾਕਤ ਕਰਕੇ ਮਿਲਦਾ ਹੁੰਦਾ ਤੇ ਤਾਕਤਵਰ ਲੋਕ ਪਰਮਾਤਮਾ ਨੂੰ ਵੀ ਆਪਣੀ ਗ੍ਰਿਫਤ ਵਿੱਚ ਪਕੜ ਕੇ, ਕੈਦ ਕਰਕੇ ਆਪਣੇ ਕੋਲ ਰੱਖ ਲੈਂਦੇ ਵੀ ਅਸੀਂ ਕਿਸੇ ਕਮਜ਼ੋਰ ਨੂੰ, ਕਿਸੇ ਬਲਹੀਣ ਨੂੰ ਤੁਹਾਡੇ ਦਰਸ਼ਨ ਨਹੀਂ ਕਰਨ ਦੇਣੇ। ਦਰਬ ਕੈ ਜੋ ਪਾਈਐ ਦਰਵੇਸ਼ਰ ਲਜਾਏ ਤਾਹੇ। ਜੇ ਦਰਬ ਕਰਕੇ, ਧਨ ਕਰਕੇ ਮਿਲਦਾ ਹੋਵੇ ਤੇ ਫਿਰ ਬੋਲੀ ਲੱਗਦੀ, ਤੇ ਜਿਹੜਾ ਵੱਧ ਬੋਲੀ ਦਿੰਦਾ ਉਹ ਪ੍ਰਮਾਤਮਾ ਨੂੰ ਲੈ ਜਾਂਦਾ। ਪਰ ਪ੍ਰਮਾਤਮਾ ਧਨ ਨਾਲ ਵੀ ਨਹੀਂ ਜੇ ਮਿਲਦਾ। ਕਵਿਤਾ ਕੇ ਪਾਈਐ ਕਵੀਸ਼ਰ ਅਵਲਾਖੀ। ਜੇ ਕੋਈ ਸੋਹਣੀ ਕਵਿਤਾ ਉਚਾਰਨ ਕਰੇ ਵੀ ਸ਼ਾਇਦ ਇਵੇਂ ਪ੍ਰਮਾਤਮਾ ਵਸ ਵਿੱਚ ਆ ਜਾਵੇਗਾ, ਫਿਰ ਤੇ ਉਹ ਆਪਣੇ ਕਵਿਤਾ ਦੀ ਚਾਲ ਵਿੱਚ, ਕਵਿਤਾ ਦੇ ਛੰਦ ਵਿੱਚ ਪਰਮਾਤਮਾ ਨੂੰ ਸਮੋਹ ਲੈਂਦਾ ਵੀ ਮੈਂ ਕਵਿਤਾ ਵਿੱਚ ਬੰਦ ਕਰ ਦਿੱਤਾ, ਮੈਂ ਕਿਸੇ ਹੋਰ ਨੂੰ ਨਹੀਂ ਵੇਖਣ ਦੇਣਾ। ਜੋਗ ਕੈ ਜੋ ਪਾਈਐ ਜੋਗੀ ਜਟਾ ਮੈਂ ਦੁਰਾਏ ਰਾਖੇ। ਜੇ ਘਰ ਛੱਡ ਕੇ 84 ਆਸਣ ਕੀਤਿਆਂ, ਜੋਗ ਕਮਾਇਆ ਪਰਮਾਤਮਾ ਮਿਲਦਾ ਹੁੰਦਾ ਤੇ ਜੋਗੀ ਲੋਕ ਉਹ ਇੰਨੇ
क्रोधी ने कि वह परमात्मा नूं अपनियां जड़ां विच ही बंद कर लैंदे ते किसी होर नूं ना वेखण दिंदे। जोग कै जो पाईऐ जोगी जटा मैं दुराए रखै, भोग कै जो मिलै भोगी भोग रस चाखी। जे वह भोगां दा विशा हुंदा ते भोगी लोग परमात्मा नूं इवें ही चख लैंदे जिवें वो वख वखरे भोग जिहड़े ने अपनी रसना दे नाल स्वाद चख के कहिंदे ने असीं इन्ने भोग भोग लए ने। भाई गुरदास जी कहिंदे ने निगरै जतन पान परतना प्राण मान। इंद्रियां नूं वस कीतियां भी वो प्राणा तो प्यारा प्रभु नहीं जे मिलदा। प्राण पत एक गुर शब्द सो भाखी। प्राणा दा पति परमात्मा उदों मिलदा जदों उहदे बचनां नूं उचारण कीता जावे। जदों गुरु दे शब्द जो परमात्मा दे बचन ने कि तां मैं कहिया कहण जां तुझै कहाया। परमेश्वर कै द्वारे जे होए बतीतै सो नानक आख सुनावै। सतगुर बचन बचन है सतगुर पादर मुक्त जनावै गो। आ जिहड़े गुरु के बचन ने ये परमात्मा दे नाल गल्लां करदियां ने। हुण ना तां परमात्मा साडे नाल गल्लां करदा ते ना असीं यतन कदे कीता भी जपजी साहिब पढ़ के आपां परमात्मा नाल गल्लां कर लईए। जिहड़े सारा सारा दिन गप्पां मारदे रहिंदे ने गल्लां करदिआं कदे थकदे नहीं, उन्हां कोल कदे नितनेम करके परमात्मा नाल गल्लां करन दा समां ही नहीं। ते साहब कहिंदे तै शै नाल अकूणा क्यों थीवै घर वास। भी जिवें साडी कोई धी भैण वो पति नाल गल्लां ही ना करे ते पति दे घर उहदा किवें वसेबा होवेगा। आ माझे दे इलाके विच बोलण नूं कूणा भी कहिंदे ने कि तू मेरे नाल कूंदा क्यों नहीं। ते साहब ने ऐड़ा शब्द ला के अकूणा भी हे प्रभु मैं जीव इस्त्री तेरे नाल कूंदी नहीं तेरे नाल बोलदी नहीं ते मेरा तेरे घर वासा किवें होवे। भी आपां ते गुंगे होए बैठे आ चुप होए बैठे आ आपां कदे नहीं कहना एक ओंकार सतनाम करता पुरख। असीं कदे नहीं कहना कि जपजी साहब पढ़ लईए, कदे नहीं कहना कि आपां आसा दी वार पढ़ लईए सहज पाठ कर लईए। तेरे नाल असीं कदे गल्लां करदे ही नहीं। तेरे नाल ते साडा अकूणा है। तै शै नाल अकूणा क्यों थीवै घर वास। ते फिर तेरे घर विच साडा वसेबा किवें होवे। इस करके तेरे अगे अरदास है तू चौ सज्जण मैंडिया डेई सिस उतार। नैन महंजे तरस दे कद पसी दीदार। मन लोचै हर मिलन को क्यों दर्शन पाइयै। मैं लख वड़ते साहिबा जे बिंद बुलाइए। बिंद दा मतलब हुंदा थोड़ा जिहा। जे तू थोड़ा जिहा समां भी सानू बुला लवे ना ते असी इवें आ जिवें कोई बंदा कहे भी अज मैं लखां वट लए। पर बंदा दुनियावी तौर ते लखां वट के ते फिर नचदा फिरदा भी मैं अज इन्ने कमा लए। पर साहब कहंदे नहीं मैं उदों लखां वटे ने जदों तू मेरे नाल बोले। मैं लख वड़ते साहिबा हे मेरे साहिबा हे मेरे मालिक मैं लखां वट लए जे बिंद बुलाइए। जे तू बिंद जिन्ना थोड़ा जिहा समां भी मैनू बुला लवें मैनू आवाज मारे तू कुन रे ते मैं कहांगा मैं जी नामा हो जी। तुसी कहो कादे लई आए हो मैं कहांगा आला ते निवारणा जम कारण। जदों मालिक दे दर ते अरदास कीती ते साहब कहिंदे अरदास सुनी तार बरब ढाडी को मैल बुलावै। फिर परमात्मा बुलाउंदा है साधा है अपने वल। प्रभु भगत आखरे ने भगत रविदास जी हे मालिक साडी ये हालत है किरपा करो सानू ये पूर्ण भरोसा दिओ कि तुहाडे बचनां दे नाल साडा मन जिहड़ा है वो पतीज जावे जुड़ जावे। हऊं बल बल जाओ रमैया कारने। मैं वार वार बलहार जांदा हां उस सुंदर रमे होए परमेश्वर तो। कारण कवन अबोल। ते नाले मैं बेनती करदा हां साडे कोलों की खता हो गया की कारण है कि तुसी अबोल हो साडे नाल बोलदे नहीं। भाव साडे वाले पासे तो तुसी चुप क्यों हो मालिक किरपा करो सानू बुलावो साडे नाल गल्लां करो। सानू भी ये ताकत दिओ समर्था दिओ कि असीं तुहाडे नाल गल्लां कर सकीए। सचमुच समुच्ची बाणी जिहड़ी है ये परमात्मा दे दर दीआं गल्लां ने परमात्मा दे दर दीआं बातां ने जो कुछ उत्थे होया है। जैसी मैं आवे खसम की बाणी तैसड़ा करी ज्ञान वे लालो।
ਹਉ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀਓ। ਜੋ ਪਰਮੇਸ਼ਰ ਨੇ ਗੱਲਬਾਤ ਕਹੀ ਤੇ ਸਤਿਗੁਰੂ ਜੀ ਨੇ ਉਹਦੀ ਟਰਾਂਸਲੇਟ ਕਰਕੇ ਸਾਨੂੰ ਉਹ ਗੱਲਬਾਤ ਸੁਣਾਈ ਹੈ। ਇਸ ਕਰਕੇ ਜੇ ਚਿੱਤ ਕਰੇ ਵੀ ਪਰਮਾਤਮਾ ਨਾਲ ਗੱਲਾਂ ਕਰਨੀਆਂ ਨੇ ਤੇ ਸਹਿਜ ਪਾਠ ਆਰੰਭ ਕਰ ਦਿਓ। ਜਦੋਂ ਵੀ ਚਿੱਤ ਕਰੇ ਪਰਮਾਤਮਾ ਨਾਲ ਗੱਲਾਂ ਕਰ ਲਿਆ ਕਰੋ। ਤੇ ਜੇ ਪਰਮਾਤਮਾ ਨਾਲ ਆਪਾਂ ਕੂੰਦੇ ਹੀ ਨਹੀਂ, ਤੈਸ਼ੈ ਨਾਲ ਅਕੂਣਾ, ਵੀ ਆਪਾਂ ਘੁੱਗੂ ਵੱਟੇ ਬਣ ਕੇ ਵੀ ਚੁੱਪ ਕਰਕੇ ਬੈਠੇ ਹਾਂ, ਵੀ ਆਪਾਂ ਕਦੇ ਨਹੀਂ ਕਹਿਣਾ ਵੀ ਉਹਦਾ ਕਿਹੜਾ ਗੁਣ ਹੈ, ਉਹਦੀ ਕਿਹੜੀ ਵਡਿਆਈ ਹੈ, ਤੇ ਫਿਰ ਸੱਚ ਜਿਹੜਾ ਬੰਦਾ ਬਿਲਕੁਲ ਘੁੱਗੂ ਵੱਟਾ ਹੀ ਬਣ ਕੇ ਰਵੇ, ਉਹਨੂੰ ਸੰਸਾਰ ਵਿੱਚ ਕੋਈ ਨਹੀਂ ਜੇ ਪਿਆਰ ਕਰਦਾ। ਛੋਟਾ ਜਿਹਾ ਬੱਚਾ ਹੈ ਨਾ, ਜੇ ਆਪਾਂ ਬੁਲਾਈਏ ਤੇ ਉਹ ਤੋਤਲੀ ਜ਼ਬਾਨ ਵਿੱਚ ਵੀ ਅੱਗੋਂ ਉੱਤਰ ਦੇ ਦੇ ਨਾ, ਆਪਾਂ ਕਹੀਏ ਕਹਿ ਚਾਚਾ ਤੇ ਉਹ ਅੱਗੋਂ ਰਿਪੀਟ ਕਰੇ ਤਾਤਾ, ਤੇ ਆਪਾਂ ਘੁੱਟ ਕੇ ਗੱਲ ਨਾ ਲਾ ਲੈਨੇ। ਸਾਹਿਬ ਕਹਿੰਦੇ ਠੀਕ ਹੈ, ਤੈਨੂੰ ਬਾਣੀ ਪੜ੍ਹਦਿਆਂ ਭੁੱਲਾਂ ਹੋਣੀਆਂ ਨੇ, ਤੋਤਲੀ ਜ਼ਬਾਨ ਹੈ, ਕਈ ਵਾਰ ਸ਼ਬਦ ਕੋਈ ਕਹਿਣਾ ਤੇ ਨਿਕਲ ਹੋਰ ਜਾਣਾ, ਕੋਈ ਗੱਲ ਨਹੀਂ। ਜੋ ਗੁਰੂ ਨੇ ਕਿਹਾ, ਗੁਰੂ ਕਹਾਉਣਾ ਚਾਹੁੰਦਾ ਹੈ, ਬੋਲ। ਤੂੰ ਗੁਰੂ ਦੇ ਕਹੇ ਹੋਏ ਬਚਨਾਂ ਨੂੰ ਆਪਣੀ ਰਸਨਾ ਤੋਂ ਪੜ੍ਹ ਤੇ ਗੁਰੂ ਵੇਖ ਵੇਖ ਕੇ ਖੁਸ਼ ਹੋਵੇਗਾ, ਕਿਉਂਕਿ ਹਰ ਕੇ ਗੁਣ ਹਰ ਭਾਵਦੇ ਸੇ ਗੁਰੂ ਤੇ ਪਾਏ। ਉਹ ਪਰਮਾਤਮਾ ਨੂੰ ਵੀ ਚੰਗੇ ਲੱਗਦੇ ਨੇ। ਇਸ ਕਰਕੇ हे ਪ੍ਰਭੂ, ਤੂੰ ਕਿਹੜੀ ਗੱਲ ਕਿਸ ਕਾਰਨ ਕਰਕੇ ਅਬੋਲ ਹੈ, ਸਾਡੇ ਨਾਲ ਬੋਲਦਾ ਨਹੀਂ ਹੈ। ਰਹਾਉ ਰਹਾਉ ਦਾ ਭਾਵ ਹੈ ਵਿਸ਼ਰਾਮ, ਵੀ ਇਹਨਾਂ ਪਾਵਨ ਤੁਕਾਂ ਵਿੱਚ ਸ਼ਬਦ ਦਾ ਅੰਤਰੀ ਭਾਵ ਹੈ। ਬਹੁਤ ਜਨਮ ਬਿਸ਼ੁਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਇਹ ਪ੍ਰਭੂ, ਅਸੀਂ ਜੀਵ ਬਹੁਤ ਜਨਮ ਹੋ ਗਏ ਨੇ ਤੁਹਾਡੇ ਤੋਂ ਵਿਛੜੇ ਹਾਂ। ਆਹ ਜਨਮ ਕੋਈ ਪਹਿਲਾ ਨਹੀਂ ਹੈ। ਸ਼ਾਹੋਂ ਵਿਛੜਿਆ ਵਣਜਾਰਾ, ਜਦੋਂ ਤੋਂ ਤੁਹਾਡੇ ਤੋਂ ਵੱਖ ਹੋ ਕੇ ਜੂਨਾਂ ਵਿੱਚ ਭਟਕ ਰਹੇ ਹਾਂ, ਇਹ ਬੜਾ ਲੰਮਾ ਸਮਾਂ ਹੋ ਗਿਆ। ਸਾਡੀ ਗੱਲ ਕਰ ਰਹੇ ਨੇ ਵੀ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਪਤੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਕਿਰਪਾ ਕਰੋ ਹੁਣ, ਕਤ ਕੀ ਮਾਈ ਬਾਪ ਕਤ ਕੇਰਾ, ਕਿਦੂ ਥਾਵੋਂ ਹਮ ਆਏ, ਐਸੇ ਘਰ ਹਮ ਬਹੁਤ ਬਸਾਏ। ਆਹ ਕੁਝ ਅਸੀਂ ਬੜੀ ਵਾਰ ਵੇਖ ਚੁੱਕੇ ਹਾਂ। ਇਆਹੂ ਜੁਗਤ ਬਿਹਾਨੇ ਕਈ ਜਨਮ, ਕਿਰਪਾ ਕਰੋ ਹੁਣ ਬਖਸ਼ ਲਵੋ। ਸਾਡੀ ਅਵਸਥਾ ਦਾ ਜ਼ਿਕਰ ਕਰ ਰਹੇ ਨੇ ਭਗਤ ਰਵਿਦਾਸ ਜੀ ਕਿ हे ਪ੍ਰਭੂ, ਅਸੀਂ ਜੀਵ ਬਹੁਤ ਲੰਮੇ ਸਮੇਂ ਤੋਂ ਤੁਹਾਡੇ ਤੋਂ ਵਿਛੜੇ ਹੋਏ ਹਾਂ। ਪ੍ਰਭੂ ਭਗਤ ਜਦੋਂ ਥੋੜਾ ਜਿਹਾ ਸਮਾਂ ਵੀ ਪ੍ਰਮਾਤਮਾ ਤੋਂ ਵਿਛੋੜਾ ਪੈਂਦਾ ਹੈ ਨਾ, ਤੇ ਆਖਦੇ ਨੇ ਏਕ ਘੜੀ ਮੋਕੋ ਬਹੁਤ ਦਿਹਾੜੇ, ਚਾਰ ਪਹਿਰ ਚੌਂ ਜੁਗਾਂ ਸਮਾਨੇ। ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ। हे ਪਿਆਰੇ ਪ੍ਰਭੂ, ਇੱਕ ਘੜੀ ਵੀ ਤੁਸੀਂ ਵਿਸਰ ਜਾਓ ਤੇ ਕਲ ਯੁਗ ਵਰਤ ਜਾਂਦਾ, ਭਾਵੇਂ ਸਤਯੁਗ ਦਾ ਸਮਾਂ ਵੀ ਕਿਉਂ ਨਾ ਹੋਵੇ। ਭਾਵ ਕਿ ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਹਾਰੇ ਲੇਖੇ। ਹੁਣ ਆਹ ਜਨਮ ਜਿਹੜਾ ਇਹ ਤੁਹਾਡੇ ਲੇਖੇ, ਤੁਹਾਡੀ ਯਾਦ ਵਿੱਚ, ਤੁਹਾਡੇ ਦਰਸ਼ਨਾਂ ਦੀ ਤਾਂਗ ਵਿੱਚ ਜੁੜ ਜਾਵੇ। ਭਾਵ ਇੱਕੋ ਹੀ ਅੰਦਰ ਲਗਨ ਹੋਵੇ ਕਿ हे ਮੇਰੇ ਪਿਆਰੇ ਪ੍ਰਭੂ, ਤੂੰ ਮਿਲ। ਭਗਤ ਰਵਿਦਾਸ ਜੀ ਦੇ ਜਿਹੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ, ਆਰੰਭਤਾ ਇੱਥੋਂ ਹੁੰਦੀ ਹੈ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੇ ਅਖੀਰਲਾ ਸ਼ਬਦ ਉਹਨਾਂ ਦਾ ਕਿ ਪ੍ਰਾਨਨਾਥ ਜਿਹੜਾ ਪ੍ਰਭੂ ਹੈ ਨਾ, ਉਹ ਕਿਹੜੇ ਤਰੀਕੇ ਨਾਲ ਮਿਲ ਸਕਦਾ ਹੈ। ਮਿਲਤ ਪ੍ਰਾਨਨਾਥ ਕਵਨ ਭਗਤ ਤੇ ਆਪ ਹੀ ਆਨਸਰ ਦਿੱਤਾ ਹੈ, ਸਾਧ ਸੰਗ ਪਾਈ ਪਰਮ ਗਤੇ। ਗੁਰੂ ਕੀ ਸੰਗਤ ਵਿੱਚ ਆ ਕੇ ਪਰਮ ਗਤੀ, ਉੱਚੀ ਅਵਸਥਾ, ਪ੍ਰਭੂ ਦਾ ਮਿਲਾਪ ਹਾਸਲ ਹੁੰਦਾ ਹੈ। ਉਹਨਾਂ ਨੇ ਇਹ ਜੋਦੜੀ ਕੀਤੀ, ਕਹਿਣ ਲੱਗੇ ਆਹ ਜਿਹੜਾ ਜਨਮ ਹੈ ਇਹ ਹੁਣ ਤੁਹਾਡੀ ਯਾਦ ਵਿੱਚ, ਤੁਹਾਡੇ ਲੇਖੇ ਭਾਵ ਤੁਹਾਨੂੰ ਹੀ ਸਮਰਪਿਤ ਕਰ ਦਿੱਤਾ ਹੈ। ਤੁਸੀਂ ਹਮੇਸ਼ਾ ਸਾਨੂੰ ਯਾਦ ਆਉਂਦੇ ਰਹੋ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਥੋੜਾ ਸਮਾਂ ਵੀ ਭਾਵੇਂ ਤੁਹਾਡੇ ਦਰਸ਼ਨ ਦੇਖਿਆ ਨੂੰ ਹੋਇਆ ਹੋਵੇ ਤੇ ਇੰਜ ਲੱਗਦਾ ਵੀ ਬੜਾ ਚਿਰ ਹੋ ਗਿਆ। ਇਸ ਕਰਕੇ ਅਸੀਂ ਇੱਕ ਆਸ ਲੈ ਕੇ ਜਿਉਂਦੇ ਹਾਂ ਕਿ ਤੁਹਾਡੇ ਦਰਸ਼ਨ ਹੋਣ। ਇਹ ਆਸ ਮਨ ਵਿੱਚ ਬਣੀ ਰਵੇ, ਕਿਉਂਕਿ ਚਿਰ ਭਇਓ ਦਰਸ਼ਨ ਦੇਖੇ, ਬੜਾ ਚਿਰ ਹੋ ਗਿਆ, ਬੜਾ ਲੰਮਾ ਸਮਾਂ ਹੋ ਗਿਆ ਤੁਹਾਡੇ ਦਰਸ਼ਨ ਕੀਤਿਆਂ ਨੂੰ। ਕਿਰਪਾ ਕਰੋ ਆਪਣੇ ਦਰਸ਼ਨਾਂ ਦਾ ਜੋ ਬਖਸ਼ਿਸ਼ ਹੈ ਸਾਡੀ ਝੋਲੀ ਵਿੱਚ ਪਾਓ, ਆਪਣਾ ਮਿਲਾਪ ਬਖਸ਼ਿਸ਼ ਕਰਕੇ ਸਾਨੂੰ ਕਿਰਤਾਰਥ ਕਰੋ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਹੈ, ਆਓ
ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਅੱਗੇ ਸਰਵਣ ਕਰੀਏ। ਮਹੱਲਾ ਤੀਜਾ। ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਵਿੰਦ। ਬਿਲਾਵਲ ਰਾਗ ਵਿੱਚ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ ਹੈ, ਜਿਹਦੇ ਵਿੱਚ 13 ਪੌੜੀਆਂ ਨੇ ਤੇ ਪੌੜੀਆਂ ਵਾਰਾਂ ਦਾ ਮੂਲ ਸਰੂਪ ਚੌਥੇ ਪਾਤਸ਼ਾਹ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸ਼ਲੋਕ ਜਿਹੜੇ ਨੇ ਉਹਨਾਂ ਦੀ ਗਿਣਤੀ 27 ਹੈ। 13 ਪੌੜੀਆਂ ਤੇ 2-2 ਸ਼ਲੋਕ ਨੇ। ਕੇਵਲ 7ਵੀਂ ਪੌੜੀ ਹੈ ਜਿਹਦੇ ਵਿੱਚ 3 ਸ਼ਲੋਕ ਆਏ ਨੇ। ਗੁਰੂ ਰਾਮਦਾਸ ਜੀ ਦਾ ਇੱਕ ਸ਼ਲੋਕ, ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਲੋਕ ਤੇ ਬਾਕੀ ਜਿਹੜੇ ਸ਼ਲੋਕ ਨੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ। ਭਾਵ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਇਹ ਉਚਾਰਨ ਕੀਤੀ ਹੋਈ ਵਾਰ ਹੈ ਤੇ ਸ਼ਲੋਕ ਜਿਹੜੇ ਇੱਥੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਨੇ। ਦੂਸਰੇ ਸ਼ਲੋਕ ਵਿੱਚ ਗੁਰੂ ਅਮਰ ਕਰ ਰਹੇ ਨੇ, ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਵਿੰਦ। ਜਦੋਂ ਕੋਈ ਗੁਰੂ ਦੇ ਅਨੁਸਾਰੀ ਹੋ ਕੇ ਗੋਬਿੰਦ ਪਰਮਾਤਮਾ ਦਾ ਨਾਮ ਜਪਦਾ ਹੈ, ਉਹਦੇ ਲਈ ਇਹੀ ਮਾਨੋ ਖੁਸ਼ੀ ਦਾ ਗੀਤ ਹੈ, ਸਿਫਤ ਸਲਾਹ ਵਾਲਾ ਸੋਹਿਲਾ ਹੈ। ਉਹਦੇ ਜੀਵਨ ਵਿੱਚ ਸਭ ਤੋਂ ਵੱਡਾ ਖੁਸ਼ੀਆਂ ਖੇੜਿਆਂ ਵਾਲਾ ਮੰਗਲਮਈ ਗੀਤ ਸੋਹਿਲਾ ਜਿਹੜਾ ਹੈ ਉਹ ਪਰਮਾਤਮਾ ਦਾ ਨਾਮ ਹੈ। ਇਸੇ ਲਈ ਸਾਹਿਬ ਜੀ ਨੇ ਪਾਵਨ ਬਾਣੀ ਵਿੱਚ ਸਾਨੂੰ ਬਾਰ-ਬਾਰ ਦ੍ਰਿੜ ਕਰਵਾਇਆ ਕਿ ਇਹ ਸੋਹਿਲਾ ਸ਼ਬਦ ਸੁਹਾਵਾ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ। ਤੇ ਬਾਣੀਆਂ ਵਿੱਚ ਇੱਕ ਬਾਣੀ ਦਾ ਸਰਲੇਖ ਵੀ ਸੋਹਿਲਾ ਜਿਹਦੇ ਵਿੱਚ ਜ਼ਿਕਰ ਕੀਤਾ ਹੈ ਕਿ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਜਿਵੇਂ ਸੁਖਮਣੀ ਸਰਲੇਖ ਹੈ ਨਾ, ਆਪਾਂ ਸੁਖਮਣੀ ਸਾਹਿਬ ਕਹਿੰਦੇ ਆ, ਜਪ ਸਰਲੇਖ ਹੈ ਆਪਾਂ ਜਪਜੀ ਸਾਹਿਬ ਆਖਦੇ ਆ, ਇਵੇਂ ਸੋਹਲਾ ਵੀ ਸਰਲੇਖ ਹੈ ਤੇ ਆਪਾਂ ਸੋਹਲਾ ਸਾਹਿਬ ਕਹਿੰਦੇ ਆ। ਜਿਵੇਂ ਸੁਖਮਣੀ ਸਾਹਿਬ ਜਦੋਂ ਚਿੱਤ ਕਰੇ ਆਪਾਂ ਪੜ੍ਹਦੇ ਆ ਤੇ ਸਾਹਿਬ ਕਹਿੰਦੇ ਮਾਲਕ ਦਾ, ਇਹ ਸੋਹਲਾ ਵੀ ਜਦੋਂ ਚਿੱਤ ਕਰੇ ਗਾਇਆ ਕਰੋ, ਪੜ੍ਹਿਆ ਕਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ। ਮੈਂ ਵਾਰੀ ਜਾਵਾਂ ਇਸ ਸੋਹਲੇ ਤੋਂ ਜਿਹਨੂੰ ਪੜ੍ਹਨ ਦੇ ਨਾਲ ਸਦਾ ਲਈ ਮੈਨੂੰ ਸੁੱਖ ਮਿਲਦਾ ਹੈ। ਹੁਣ ਸਮਝ ਆ ਗਈ ਨਾ ਵੀ ਇੱਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਤੇ ਜੇ ਕੋਈ ਬਾਣੀਆਂ ਵਿੱਚ ਵਿਤਕਰੇ ਪਾ ਕੇ ਕਿਤਾਬਚਾ ਛਾਪ ਕੇ ਕਵੇ ਵੀ ਆਹ ਬਾਣੀ ਪੜੋਗੇ ਤੇ ਫਿਰ ਸੁੱਖ ਮਿਲੇਗਾ, ਉਹਨੂੰ ਕਿਆ ਕਰੋ, ਨਹੀਂ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਸਾਰੀ ਬਾਣੀ ਸੁੱਖ ਦੇਣ ਵਾਲੀ ਹੈ, ਸਾਰੀ ਬਾਣੀ ਦੁੱਖਾਂ ਦਾ ਨਾਸ਼ ਕਰਨ ਵਾਲੀ ਹੈ। ਮੰਡੀਆਂ ਨਾ ਪਾਓ, ਵੱਖਰੇ ਵੱਖਰੇ ਸ਼ਬਦਾਂ ਦਾ ਨਿਰਣਾ ਨਾ ਕਰੋ। ਕਿਹੜਾ ਸ਼ਬਦ ਹੈ ਜਿਹੜਾ ਸਾਨੂੰ ਦੁੱਖ ਦਿੰਦਾ, ਕਿਹੜਾ ਸ਼ਬਦ ਹੈ ਜਿਹੜਾ ਸੁੱਖ ਨਹੀਂ ਦਿੰਦਾ। ਸਾਰੀ ਬਾਣੀ ਦੁੱਖ ਭੰਜਨ ਹੈ, ਸਾਰੀ ਬਾਣੀ ਸੁੱਖ ਨਿਧਾਨ ਹੈ। ਇਸ ਕਰਕੇ ਗੁਰੂ ਕਾ ਸਿੱਖ ਜਦੋਂ ਜਾਗਰੂਕ ਹੋ ਜਾਵੇਗਾ ਤੇ ਇਹਨਾਂ ਵਖਰੇਵਿਆਂ, ਇਹਨਾਂ ਵੰਡੀਆਂ ਤੋਂ ਵੀ ਬਚਣ ਵਿੱਚ ਗੁਰੂ ਕਾ ਸਿੱਖ ਹਮੇਸ਼ਾ ਪਹਿਲ ਕਰੇਗਾ ਵੀ ਮੇਰਾ ਚਿੱਤ ਕਰੇ ਮੈਂ ਆਸਾ ਦੀ ਵਾਰ ਪੜ੍ਹ ਲਵਾਂ, ਮੇਰਾ ਚਿੱਤ ਕਰੇ ਮੈਂ ਦਿਨੇ ਰਾਮਕਲੀ ਦੱਖਣੀ ਵਿੱਚ ਓੰਕਾਰ ਬਾਣੀ ਪੜ੍ਹ ਲਵਾਂ, ਮੇਰਾ ਚਿੱਤ ਕਰੇ ਮੈਂ ਸੁਖਮਣੀ ਸਾਹਿਬ ਪੜ੍ਹ ਲਵਾਂ। ਤੁਸੀਂ ਕਿਉਂ ਵੰਡੀਆਂ ਪਾ ਕੇ ਕਹਿੰਦੇ ਹੋ ਵੀ ਕੇਵਲ ਆਹੀ ਪੰਨਾ ਫਿਰ ਸੁੱਖ ਮਿਲੇਗਾ? ਸਾਹਿਬ ਕਹਿੰਦੇ ਸੋਹਲਾ ਗਾਉਣ ਨਾਲ ਵੀ ਮੈਂ ਸਦਾ ਲਈ ਸੁਖੀ ਹੋ ਜਾਣਾ। ਇਸ ਲਈ ਸਦਾ ਉਹ ਪਰਮਾਤਮਾ ਦਾ ਸੋਹਲਾ ਗਾਉਣਾ ਚਾਹੀਦਾ ਹੈ। ਦਿਨੇ ਰਾਤ ਪਰਮੇਸ਼ਰ ਦੇ ਨਾਮ ਨੂੰ ਜਪਣਾ ਇਹ ਖੁਸ਼ੀ ਦਾ ਸੋਹਿਲਾ ਭਾਵ ਗੀਤ ਹੈ। ਅਨ ਦਿਨ ਨਾਮ ਸਲਾਹਣਾ, ਹਰ ਜਪਿਆ ਮਨ ਆਨੰਦ। ਜਿਹੜੇ ਹਰ ਰੋਜ਼ ਦਿਨੇ ਰਾਤ ਪਰਮਾਤਮਾ ਦੇ ਨਾਮ ਨੂੰ ਸਲਾਉਂਦੇ ਨੇ, ਹਰੀ ਪਰਮਾਤਮਾ ਨੂੰ ਜਪਦੇ ਨੇ, ਉਹਨਾਂ ਦੇ ਮਨ ਵਿੱਚ ਆਨੰਦ, ਖੁਸ਼ੀਆਂ ਖੇੜੇ ਪ੍ਰਗਟ ਹੋ ਜਾਂਦੇ ਨੇ। ਭਾਵ ਸਦਾ ਲਈ ਉਹਨਾਂ ਦਾ ਮਨ ਵਿਗਾਸ ਵਿੱਚ, ਖੇੜੇ ਵਿੱਚ ਆ ਕੇ ਆਨੰਦ ਸਰੂਪ ਬਣ ਜਾਂਦਾ ਹੈ। ਵੱਡ ਭਾਗੀ ਹਰ ਪਾਇਆ, ਪੂਰਨ ਪਰਮਾਨੰਦ। ਵੱਡੇ ਭਾਗਾਂ ਵਾਲੇ ਮਨੁੱਖ ਨੇ ਪੂਰਨ ਪਰਮ ਆਨੰਦ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਤੇ ਪਰਮਾਤਮਾ ਨੂੰ ਮਿਲਣਾ ਹੀ ਅਸਲ ਵਿੱਚ ਆਨੰਦ ਸਰੂਪ ਦੇ ਵਿੱਚ ਪਹੁੰਚਣਾ ਹੈ। ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਨਾ ਹੀ ਅਸਲ ਵਿੱਚ ਖੁਸ਼ੀਆਂ ਖੇੜੇ ਆਨੰਦਮਈ ਅਵਸਥਾ ਦੇ ਧਾਰਨੀ ਹੋਣਾ ਹੈ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਸਭੇ ਥੋਕ ਪ੍ਰਾਪਤੇ ਜੇ ਆਵੈ ਇੱਕ ਹੱਥ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ।
ਉਹਨੂੰ ਸਾਰੇ ਖੁਸ਼ੀਆਂ ਖੇੜੇ ਆਨੰਦ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਨ ਨਾਨਕ ਨਾਮ ਸਲਾਹਿਆ ਬਹੁੜ ਨ ਮਨ ਤਨ ਭੰਗ। ਦਾਸ ਨਾਨਕ ਭਾਵ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਕਿ ਜਦੋਂ ਪਰਮੇਸ਼ਰ ਦੇ ਨਾਮ ਨੂੰ ਸਲਾਹਿਆ, ਉਹਦੀ ਸਿਫਤ ਸਲਾਹ ਕੀਤੀ, ਬਹੁੜ ਨਾ ਮਨ ਤਨ ਭੰਗ, ਫਿਰ ਜਿਹੜਾ ਸਾਡੇ ਤਨ ਮਨ ਵਿੱਚ ਆਨੰਦ ਬਣਦਾ ਨਾ, ਉਹਨੂੰ ਕੋਈ ਭੰਗ ਨਹੀਂ ਕਰ ਸਕਦਾ, ਕਿਉਂਕਿ ਪਰਮੇਸ਼ਰ ਅਭੰਗ ਹੈ ਤੇ ਉਹਦੇ ਤੋਂ ਮਿਲਿਆ ਖੇੜਾ ਵੀ ਅਭੰਗ ਹੈ। ਭਾਵੇਂ ਆਰੇ ਨਾਲ ਚੀਰ ਕੇ ਸਰੀਰ ਨੂੰ ਦੋ ਟੁਕੜੇ ਕਰ ਲਓ, ਪਰ ਅੰਦਰ ਦਾ ਆਨੰਦ ਨਹੀਂ ਚੀਰਿਆ ਜਾ ਸਕਦਾ। ਜਿਹੜੇ ਬਾਣੀ ਵਿੱਚ ਬਚਨ ਆਉਂਦੇ ਨੇ ਨਾ ਵੀ ਉਹ ਬੰਦਾ ਅੱਗ ਵਿੱਚ ਨਹੀਂ ਸੜਦਾ, ਪਾਣੀ ਵਿੱਚ ਨਹੀਂ ਡੁੱਬਦਾ, ਉਹ ਨਹੀਂ ਚੀਰਿਆ ਜਾ ਸਕਦਾ, ਪਰ ਸਰੀਰ ਚੀਰੇ ਜਾ ਸਕਦੇ ਨੇ, ਸਰੀਰ ਪਾਣੀ ਵਿੱਚ ਡੁੱਬ ਜਾ ਸਕਦੇ ਨੇ, ਸਰੀਰ ਦੀਵਾਰਾਂ ਵਿੱਚ ਚਿਣੇ ਜਾ ਸਕਦੇ ਨੇ, ਸਰੀਰ ਅੱਗ ਦੇ ਵਿੱਚ ਸੜਦੇ ਵੇਖੇ, ਪਾਣੀ ਵਿੱਚ ਡੁੱਬਦੇ ਵੇਖੇ, ਪਰ ਉਹ ਡੁੱਬ ਕੇ ਵੀ ਨਹੀਂ ਡੁੱਬਦੇ, ਸੜ ਕੇ ਵੀ ਨਹੀਂ ਸੜਦੇ, ਉਹ ਚੀਰੇ ਕੇ ਵੀ ਸਦਾ ਅਭੰਗ ਰਹਿੰਦੇ ਨੇ, ਚੀਰੇ ਨਹੀਂ ਜਾਂਦੇ। ਕਿਉਂਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਵੀ ਉਹਨਾਂ ਦੀ ਅੰਦਰ ਦੀ ਉੱਚੀ ਅਵਸਥਾ ਨੂੰ ਨਹੀਂ ਕੋਈ ਚਿਣ ਸਕਿਆ। ਭਾਈ ਮਤੀ ਦਾਸ ਨੂੰ ਦੋ ਫਾੜ ਕਰਕੇ ਵੀ ਉਹਨਾਂ ਦੇ ਅੰਦਰ ਦਾ ਆਨੰਦ ਕੋਈ ਨਹੀਂ ਚੀਰ ਸਕਿਆ। ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਵਿੱਚ ਸਾੜ ਕੇ ਸ਼ਹੀਦ ਕੀਤਾ, ਪਰ ਉਹਨਾਂ ਦੇ ਅੰਦਰ ਨੂੰ ਕੋਈ ਨਹੀਂ ਸਾੜ ਸਕਿਆ। ਜਿਹੜੇ ਬਚਨ ਆਪਾਂ ਪੜ੍ਹਦੇ ਹਾਂ, ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਾਕਿਆ ਜਲ। ਸਰੀਰ ਭਾਵੇਂ ਭਾਈ ਸਤੀ ਦਾਸ ਜੀ ਦਾ ਅੱਗ ਵਿੱਚ ਸੜਦਾ, ਧੰਨ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠਦੇ ਦੇਗ ਵਿੱਚ ਉਬਲਦੇ ਨੇ, ਪਰ ਫਿਰ ਵੀ ਆਖਦੇ ਨੇ ਕਿ ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਇੱਕ ਹੈ ਇੱਕ ਹੀ ਨਿਤ ਹੈ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤ ਹੈ। ਇਹ ਹੈ ਕਿ ਮਨ ਤਨ ਭੰਗ ਭਾਵ ਬਹੁੜ ਨਾ ਮਨ ਤਨ ਭੰਗ, ਉਹਨਾਂ ਨੂੰ ਫਿਰ ਬਾਰ-ਬਾਰ ਇਹ ਟੋਟਾ ਨਹੀਂ ਆਉਂਦਾ, ਉਹਨਾਂ ਦੇ ਆਨੰਦ ਨੂੰ ਕੋਈ ਭੰਗ ਤੋੜ ਨਹੀਂ ਸਕਦਾ, ਕਿਉਂਕਿ ਉਹ ਆਨੰਦ ਸਦੀਵੀ ਹੈ। ਪੌੜੀ ਕੋਈ ਨਿੰਦਕ ਹੋਵੈ ਸਤਿਗੁਰੂ ਕਾ, ਫਿਰ ਸਰਣ ਗੁਰ ਆਵੈ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ, ਜਿਨ੍ਹਾਂ ਤੱਕ ਅਸੀਂ ਵੇਖਦੇ ਹਾਂ ਕਿ ਕਈਆਂ ਤਪਿਆਂ ਨੇ ਗੁਰੂ ਘਰ ਦੀ ਨਿੰਦਿਆ ਕੀਤੀ, ਕਈ ਈਰਖਾਲੂ ਵਿਰੋਧੀ ਬਣ ਕੇ ਗੁਰੂ ਨੂੰ ਨਿੰਦੇ ਸਨ, ਔਰ ਇੱਥੇ ਤੱਕ ਕਿ ਘਰ ਵਿੱਚ ਜਨਮ ਲੈਣ ਵਾਲਿਆਂ ਨੇ ਵੀ ਜਦੋਂ ਵਿਰੋਧਤਾ ਨਿੰਦਿਆ ਕੀਤੀ, ਤੇ ਗੁਰੂ ਦਾ ਇਹ ਬਿਰਧ ਹੈ ਕਿ ਉਹਨਾਂ ਵਿੱਚੋਂ ਵੀ ਜੇ ਕੋਈ ਸ਼ਰਨ ਆ ਕੇ ਪੈ ਗਿਆ ਤੇ ਸਤਿਗੁਰੂ ਉਸ ਨੂੰ ਬਖਸ਼ ਦਿੰਦਾ ਹੈ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ। ਜੇ ਗੁਰੂ ਦੀ ਨਿੰਦਾ ਕਰਨ ਵਾਲਾ ਹੋਵੇ ਤੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ ਤੇ ਗੁਰੂ ਉਹਨੂੰ ਬਖਸ਼ ਦਿੰਦਾ ਹੈ। ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰੂ ਬਾਬੇ ਵੱਲੋਂ, ਗੁਰੂ ਨਾਨਕ ਵੱਲੋਂ ਜਿਨ੍ਹਾਂ ਨੂੰ ਫਟਕਾਰਿਆ ਗਿਆ, ਜਿਨ੍ਹਾਂ ਨੇ ਗੁਰੂ ਦੀ ਨਿੰਦਿਆ ਕੀਤੀ, ਵਿਰੋਧਤਾ ਕੀਤੀ, ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜੀ ਟਿਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਜਦੋਂ ਉਹ ਨਿੰਦਕ ਵੀ ਜਿਨ੍ਹਾਂ ਦੇ ਦਿਲ ਖੋਟੇ ਸਨ, ਜਿਹੜੇ ਆਕੀ ਸਨ, ਘਰ ਵਿੱਚ ਜਨਮ ਲੈ ਕੇ ਵੀ ਗੁਰੂ ਦੀ ਨਿੰਦਿਆ ਕਰਨ ਵਾਲੇ ਸਨ, ਜਦੋਂ ਚੌਥੇ ਪਾਤਸ਼ਾਹ ਦੇ ਵੇਲੇ ਉਹ ਗੁਰੂ ਘਰ ਵੱਲ ਆਏ ਤੇ ਸਤਿਗੁਰ ਬਖਸ਼ ਦਿੱਤਾ। ਭਾਵ ਗੁਰੂ ਬਖਸ਼ੰਦ ਹੈ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਉਹ ਵੀ ਜੇ ਗੁਰੂ ਦੀ ਸ਼ਰਨ ਵਿੱਚ ਆ ਜਾਵੇ। ਪਿਛਲੇ ਗੁਣ ਹੈ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਾਵੈ। ਜੇ ਉਹ ਪਿਛਲੇ ਕੀਤੇ ਹੋਏ ਗੁਨਾਹਾਂ ਦੀ ਤੋਬਾ ਕਰੇ ਤੇ ਸਤਿਗੁਰੂ ਪਿਛਲੇ ਗੁਨਾਹ ਬਖਸ਼ ਕੇ ਉਹਨਾਂ ਨੂੰ ਫਿਰ ਸਤ ਸੰਗਤ ਦੇ ਨਾਲ ਰਲਾ ਲੈਂਦੇ ਨੇ, ਭਾਵ ਬਖਸ਼ ਦਿੰਦੇ ਹਨ। ਜਿਉ ਮੀਂਹ ਬੁੱਠੈ ਗਲੀਆਂ ਨਾਲੀਆਂ, ਟੋਬਿਆਂ ਕਾ ਜਲ ਜਾਏ ਪਵੈ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ। ਸਤਿਗੁਰੂ ਗੁਰੂ ਰਾਮਦਾਸ ਜੀ ਨੇ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ ਵੀ ਜਿਵੇਂ ਮੀਂਹ ਪੈਂਦਾ ਤੇ ਮੀਂਹ ਪੈਣ ਦੇ ਨਾਲ ਗਲੀਆਂ ਦਾ ਗੰਦ, ਗਲੀਆਂ ਦਾ ਚਿੱਕੜ, ਜਿਹੜਾ ਰਸਤੇ ਵਿੱਚ ਟੋਬੇ ਵੀ ਨੇ ਉਹ ਵੀ ਜਦੋਂ ਭਰਦੇ ਨੇ, ਉਛਲਦੇ ਨੇ, ਤੇ ਉਹਨਾਂ ਦਾ ਪਾਣੀ ਵੀ ਜਦੋਂ ਇਕੱਠਾ ਵਹਿਣ ਬਣ ਕੇ ਜਾ ਕੇ ਸੁਰਸਰੀ ਭਾਵ ਗੰਗਾ ਨਦੀ ਦੇ ਵਿੱਚ ਮਿਲਦਾ ਹੈ, ਤੇ ਆਮ ਮੰਨਿਆ ਜਾਂਦਾ ਹੈ ਵੀ ਸੁਰਸਰੀ ਵਿੱਚ ਗੰਗਾ ਵਿੱਚ ਮਿਲ ਕੇ ਉਹ ਸਾਰਾ ਜਲ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ ਹੈ। ਇਵੇਂ
गुरु साडे लई गंगा है ते साडा जीवन चिक्कड़ वर्गा है, टोबियां वर्गा है, गलियां नालियां वर्गा है। ते जदों सत संगत दे वहण नाल मिल के साडे वर्गे मलीन भी नाल तुर पैणगे ते गुरु गंगा विच मिल के साडा जीवन भी पवित्र हो जाएगा। जिवें भगत रविदास जी ने भी उदाहरण दिती है कि सुरसरी सलल कृत बारनी रे संत जन करत नहीं पाणगे। जदों उन्होंने उदाहरण दिती कि गंगा दे जल तो कोई शराब बना के कवे ते प्रभु प्यारे उन्नू मानता नहीं देणगे। भाव कोई उच्ची कुल विच कोई चंगे घराणे विच पैदा हो के माड़ा काम करे ते उन्नू माड़ा ही कहना पवेगा। ते दूसरे पासे जे किते मानो दुनियावी तौर ते कोई आम पानी है ते उन्नू तुसी जाके गंगा दे विच मिला दिओ ते ओह गंगा विच मिल के गंगा दा रूप हो जांदा है, उन्नू गंगा तो वख नहीं किया जांदा। इसे तरह सतगुरु गुरु रामदास जी ने उदाहरण दिती है, ज्यों मींह उठै गलियां नालियां टोबियां का जल जाए पवै विच सुरसरी। सुरसरी मिलत पवित्र पावन होए जावै, गंगा विच मिल के वो पवित्र पावन गंगा दा रूप हो जाता है। इस तरह गुरु पवित्र जल दा सोमा है ते जदों सत संगत दे वहण विच आके असीं भी नाल तुरांगे ते साडा भी उधार होवेगा, असीं भी जाके परमात्मा नूं मिल लवांगे, प्रभु नाल लीन हो जावांगे। एह वडियाई सतगुर निर्वैर विच जित मिलिया तिसना भुख उतरै, हर सांत तड़ आवे। ये वडियाई है सच्चे सतगुरु विच जिहड़ा निर्वैर है, जिन्हों मिलन दे नाल तृष्णा भुख सारी उतर जाती है। हर शांत तड़ आवे, तुरंत तत्काल इमीडिएट भाव उसे वेले ही मन दे अंदर शांति टिका बन जाता है, मन दे अंदर तृप्त, मन दे अंदर संतोख आ जाता है। नानक एहो अचरज देखो मेरे हर सच्चे साह का, जे सतगुरु नो मन्नै सो सब ना पावै सुध। सब कह रहे ने हे नानक इहो अचरज देखो मेरे हर सच्चे शाह का, मेरे सच्चे साहिब दा ये हैरानी जनक कौतक देखो जिहड़ा अंदर नूं विस्मादित करन वाला है। वो की है अचरज कौतक कि जिहड़ा मेरे सतगुरु नूं मान लैंदा है, भाव जिहड़ा सतगुरु दे दर ते प्रवान हो जाता है, सो सबना भावै, वो फिर सबना नूं भाउण लग पैंदा, सारियां नूं चंगा लगन लग पैंदा। जिहड़ा मेरे वाहिगुरु नूं, जिहड़ा मेरे सतगुरु नूं चंगा लग्या, वो फिर सारे संसार नूं चंगा लगदा, क्योंकि परमात्मा भी आखदा आप सवारै मैं मिलै, मैं मिलै सुख होए। फरीदा जे तू मेरा होए रहे सब जग तेरा होए। ये गल्लां ही ने जिहड़ा भगत रविदास जी ने कहा ना भी कारण कवन अबोल, तू तां साडे नाल आ गल्लां करनियां, सानू कहना सी आपा सवार लो, आपा सवारगे ते मैं मिलांगा, जदों मैं मिलांगा फिर सुख होवेगा, ते जे तू सचमुच मेरा हो जावे ते सारा जगत तेरा हो जाएगा। आ जिहड़ियां गल्लां तेरे नाल करनियां ने कर, तू सानू पुछ, सानू बुला, साडे नाल गलबात कर, साडा तेरे नाल अकूणा नहीं, साडी तेरे नाल से होवे, भाव गलबात होवे, असीं तुहाडे नाल बोलदे रहीए, असीं तुहाडे तो दूर ना जाइए। ते सतगुरु जी ने जो 13वीं पौड़ी है 13 नंबर तो बाद 1 नंबर पा के कि ये समुची 13 पौड़ियां दी एक बाणी है, समुची वार ते शुद्ध। भाई गुरदास जी नूं जदों सतगुरां ने रामसर साहिब के स्थान ते लिखारी लाया सी ते साहिब जी ने हुक्म कीता सी साची मेलो काची पेलो, ते जदों जिहड़ी मूल वार सी उहदे नाल मिलान करके ते उहनूं शुद्ध रूप दे विच लिखिया जांदा सी, ते उत्थे भाई गुरदास जी ने फिर सतगुरां वल्लों दिते हुए संकेत लिखे ने, शुद्ध जां शुद्ध कीचै, भाव मूल वार दे नाल मिला के इनू शुद्ध करके लिख दिता है। सतगुरु कृपा करन पावन मुख वार ते पावन गुर शब्द जो लड़ीवार गुरबाणी कथा आप जी ने सरवण कीती है, होइयां बेअंत प्रकार दीयां भुल्लां तो खिमा कर देना।
ਕੱਲ ਨੂੰ ਇੱਕ ਹਾਜ਼ਰੀ ਹੋਰ ਹੈ। ਗੁਰੂ ਨਾਨਕ ਜੋਤ ਦੇ 10ਵੇਂ ਵਾਰਸ ਸਾਹਿਬੇ ਕਮਾਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕੱਲ ਨੂੰ ਪ੍ਰਕਾਸ਼ ਗੁਰਪੁਰਬੀ ਹੈ। ਸੋ ਕੱਲ ਨੂੰ ਵੀ ਆਪ ਸੰਗਤਾਂ ਦੇ ਦਰਸ਼ਨ ਕਰਾਂਗੇ। ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਜੋ ਤੁਕਾਂ ਹਨ ਉਹਨਾਂ ਦਾ ਪਾਠ ਫਿਰ ਇੱਕ ਵਾਰ ਸਰਵਣ ਕਰੀਏ। ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ, ਜਿਤ ਮਿਲਿਆ ਤਿਸ ਨਾ ਭੁਖ ਉਤਰੈ। ਹਰ ਸਾਤ ਤੜ ਆਵੈ, ਨਾਨਕ ਇਹੋ ਅਚਰਜ ਦੇਖੋ। ਮੇਰੇ ਹਰ ਸੱਚੇ ਸਾਹ ਕਾ, ਜੇ ਸਤਿਗੁਰੂ ਨੋ ਮੰਨੈ ਸੋ ਸਭਨਾ ਭਾਵੈ। ਸੁਧ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।